ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਤਾ ਮਾਤਾ ਕੀ ਆਸੀਸ ਨਿਮਖ ਨ ਬਿਸਰਾਓ ਤੁਮ ਕਉ ਹਰ ਹਰ ਸਦਾ ਭਜਹੁ ਜਗਦੀਸ਼। ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੁ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਓ ਸਰਬੱਤ ਸੰਗਤਾਂ ਦੂਰ ਨੇੜੇ ਅੰਮ੍ਰਿਤ ਬਾਣੀ ਰੇਡੀਓ ਦੇ ਸਰੋਤੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਆਪ ਜੀ ਬੈਠੇ ਸ਼ਰਵਣ ਕਰ ਰਹੇ ਹੋ ਮਾਤਾ ਜੀ ਦਾ ਜੀਵਨ, ਸਭ ਤੋਂ ਪਹਿਲਾਂ ਪਿਆਰ ਸਤਿਕਾਰ ਨਾਲ ਫਤਿਹ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਰਬੱਤ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਜਿੱਥੇ ਆਪਣੇ ਸਤਿਗੁਰਾਂ ਦੇ ਪਾਵਨ ਅਵਤਾਰ ਦਿਹਾੜੇ ਮਨਾਏ ਹਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਉੱਥੇ ਨਾਲ ਨਾਲ ਮਾਤਾ ਸਾਹਿਬ ਕੌਰ ਜੀ ਜੋ ਖਾਲਸਾ ਜੀ ਦੇ ਮਾਤਾ ਜੀ ਹਨ, ਉਹਨਾਂ ਦਾ ਜੀਵਨ ਵੀ ਸ਼ਰਵਣ ਕਰ ਰਹੇ ਹਾਂ। ਅੱਗੇ ਲੜੀ ਤੋਰਦੇ ਹੋਏ ਆਓ ਜਿਵੇਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਪੰਥ ਖਾਲਸਾ ਦੀ ਜਿਵੇਂ ਸਾਜਣਾ ਕੀਤੀ ਹੈ, ਸਤਿਗੁਰੂ ਜੀ ਨੇ ਫਰਮਾਇਆ ਹੈ ਜਿਵੇਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਧਰਮ ਪੁੱਤਰ ਪੰਥ ਖਾਲਸੇ ਦੀ ਸਾਜਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਦਾ ਡੋਲਾ ਸ੍ਰੀ ਅਨੰਦਪੁਰ ਸਾਹਿਬ ਆਉਣ ਤੋਂ 1 ਸਾਲ ਪਹਿਲਾਂ ਕੀਤੀ ਹੈ। ਸੋ ਇਸ ਗੱਲ ਨੂੰ ਅੱਛੀ ਤਰ੍ਹਾਂ ਸਾਰੀ ਸੰਗਤ ਨੇ ਸਮਝ ਲੈਣਾ ਕਿ ਮਾਤਾ ਜੀ ਦਾ ਡੋਲਾ ਸ੍ਰੀ ਅਨੰਦਪੁਰ ਸਾਹਿਬ ਆਉਣ ਤੋਂ 1 ਸਾਲ ਪਹਿਲਾਂ ਅੰਮ੍ਰਿਤ ਸੰਚਾਰ ਹੋ ਚੁੱਕਿਆ ਸੀ ਪ੍ਰਾਰੰਭ। ਸੋ ਇਸ ਕਰਕੇ ਬਹੁਤ ਸਾਰਿਆਂ ਨੂੰ ਭੁਲੇਖਾ ਰਹਿੰਦਾ ਕਈ ਚੀਜ਼ਾਂ ਦਾ। ਸੋ ਉਹਨਾਂ ਨੇ ਪੰਥ ਖਾਲਸਾ ਦੀ ਸਾਜਨਾ ਨੂੰ ਆਪਣੇ ਫਰਜ਼ ਦੀ ਪੂਰਤੀ ਦੱਸਿਆ ਜੋ ਅਕਾਲ ਪੁਰਖ ਨੇ ਉਹਨਾਂ ਦੇ ਜ਼ਿੰਮੇ ਲਾਇਆ ਸੀ। ਬਚਿੱਤਰ ਨਾਟਕ ਵਿੱਚ ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਵੀ ਕੀਤਾ। ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰਬੇ ਕਹੁ ਸਾਜਾ। ਇਸ ਮਹਾਨ ਕਾਰਜ ਨੂੰ ਸਿਰੇ ਚੜਾਉਣ ਲਈ ਸਤਿਗੁਰੂ ਜੀ ਨੇ ਪਹਿਲੀ ਵਿਸਾਖ 1699 ਈਸਵੀ ਸੰਮਤ 1756 ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਹੁਤ ਭਾਰੀ ਇਕੱਠ ਕੀਤਾ। ਮਸੰਦਾਂ ਤੇ ਟਹਿਲੂਏ ਜਿਹੜੇ ਹੁੰਦੇ ਸੇਵਾਦਾਰਾਂ ਦੇ ਰਾਹੀਂ ਦੇਸ਼ ਭਰ ਦੀਆਂ ਸਿੱਖ ਸੰਗਤਾਂ ਨੂੰ ਅਨੰਦਪੁਰ ਸਾਹਿਬ ਪਹੁੰਚਣ ਦੇ ਸੰਦੇਸ਼ ਭੇਜੇ। ਸੋ ਪੁਰਾਤਨ ਲਿਖਤਾਂ ਅਨੁਸਾਰ ਉਸ ਦਿਨ 80,000 ਸਿੱਖ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਤਰ ਹੋਏ ਸਨ। ਕਿਉਂਕਿ ਬੜਾ ਪੁਰਾਣਾ ਸਮਾਂ ਬੀਤ ਚੁੱਕਿਆ ਹੈ, ਇਤਿਹਾਸਕਾਰਾਂ ਨੇ ਆਪੋ ਆਪਣੀਆਂ ਰਾਇਆਂ ਦਿੱਤੀਆਂ ਨੇ। ਸੋ ਜਿੱਥੇ ਇਤਿਹਾਸਕਾਰ ਆਪਣੀਆਂ ਰਾਇਆਂ ਦਿੰਦੇ ਨੇ ਉੱਥੇ ਨਾਲ ਨਾਲ ਮਹਾਂਪੁਰਖਾਂ ਦੇ ਜੇ ਵਿਚਾਰ ਲਈਏ ਤਾਂ ਉਹ ਇਸ ਤੋਂ ਜ਼ਿਆਦਾ ਗਿਣਤੀ ਦੱਸਦੇ ਨੇ। ਉਹ ਵਿਚਾਰ ਗਿਣਤੀ ਕਿਤੇ ਜ਼ਿਆਦਾ ਵੀ ਦੱਸੀ ਹੈ। ਸੰਗਤ ਬਹੁਤ ਬਹੁਤ ਇਕੱਠ, ਰਸਤੇ ਭਰੇ ਹੋਏ, ਮਹਾਰਾਜ ਦੇ ਸੁਨੇਹੇ ਮਿਲ ਚੁੱਕੇ ਨੇ, ਬੜੇ ਉਤਸ਼ਾਹ ਨਾਲ ਸੰਗਤਾਂ ਆ ਰਹੀਆਂ ਨੇ।
ਸੋ ਉਸ ਇਕੱਠ ਵਿੱਚ ਗੁਰੂ ਨਾਨਕ ਦੀ ਸਿੱਖੀ ਨੂੰ ਨਵਾਂ ਰੂਪ ਦੇਣ ਤੋਂ ਪਹਿਲਾਂ ਆਪ ਨੇ ਸਿੱਖਾਂ ਦੀ ਸ਼ਰਧਾ, ਸਿਦਕ, ਤਿਆਗ ਤੇ ਕੁਰਬਾਨੀ ਦੀ ਪਰਖ ਕਰਨੀ ਯੋਗ ਸਮਝੀ। ਇਹ ਸ਼ੁਰੂ ਤੋਂ ਹੀ ਰੀਤੀ ਆਈ। ਬਾਬਾ ਲਹਿਣਾ ਜੀ ਦੀ ਪਰਖ ਹੋਈ, ਸਤਿਗੁਰੂ ਅਮਰਦਾਸ ਮਹਾਰਾਜ ਦੀ ਪਰਖ ਹੋਈ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਰਖ ਹੋਈ। ਪਰਖਾਂ ਤਾਂ ਚੱਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਸਾਰਿਆਂ ਸਰੂਪਾਂ ਦੀ ਪਰਖ ਹੋਈ। ਪਰਖ ਕਿਉਂ ਕੀਤੀ ਜਾਂਦੀ? ਕਿਉਂਕਿ ਕਈ ਜਾਣੇ ਦਾਅਵੇਦਾਰ ਹੁੰਦੇ, ਮੈਨੂੰ ਬਣਾਓ, ਮੈਂ ਯੋਗ ਐ। ਪਰਖ ਦੇ ਵਿੱਚ ਫਿਰ ਜਿਹੜਾ ਪੂਰਾ ਉਤਰਦਾ, ਦੂਜੇ ਕਹਿੰਦੇ ਹਾਂ ਬਈ ਮੈਂ ਵੀ ਇੰਨਾ ਯੋਗ ਨਹੀਂ ਸੀ, ਠੀਕ ਹੈ, ਇਹਨਾਂ ਨੂੰ ਹੀ ਗੁਰਤਾ ਗੱਦੀ ਮਿਲਣੀ ਚਾਹੀਦੀ। ਇਸ ਕਰਕੇ ਪਰਖਾਂ ਹੁੰਦੀਆਂ ਨੇ। ਹੁਣ ਵੀ ਪਰਖ ਲੈਣੀ ਖਾਲਸੇ ਦੀ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ। ਸੋ ਕੀਰਤਨ ਸਤਸੰਗ ਤੋਂ ਬਾਅਦ ਭਰੇ ਦੀਵਾਨ ਵਿੱਚ ਸਤਿਗੁਰੂ ਜੀ ਅਚਨਚੇਤ ਉੱਠੇ। ਫਿਰ ਮਿਆਨ ਵਿੱਚੋਂ ਤਲਵਾਰ ਧੂ ਕੇ ਬਹੁਤ ਵੀਰ ਰਸ ਦੇ ਨਾਲ ਸਾਰੇ ਬੈਠੇ ਹੋਏ ਸਿੱਖਾਂ ਨੂੰ ਵੰਗਾਰ ਕੇ ਬਚਨ ਕੀਤੇ, ਮੈਨੂੰ ਇੱਕ ਸਿਰ ਚਾਹੀਦਾ ਹੈ ਕੋਈ ਸ਼ਰਧਾਲੂ ਸਿੱਖ ਜੋ ਸੀਸ ਭੇਟ ਕਰ ਸਕੇ। ਮਹਾਰਾਜ ਸੱਚੇ ਪਾਤਸ਼ਾਹ ਦੀ ਗਰਜਵੀਂ ਆਵਾਜ਼ ਵਿੱਚ ਇਹ ਬਚਨ ਸੁਣ ਕੇ ਸੰਗਤ ਵਿੱਚ ਬਹੁਤ ਸન્ਨਾਟਾ ਛਾ ਗਿਆ। ਚੁੱਪ ਹੋ ਗਏ ਸਾਰੇ। ਪਹਿਲੀ ਵਾਰ ਸੁਣਿਆ ਹੈ ਕਿ ਗੁਰਾਂ ਨੂੰ ਇੱਕ ਸੀਸ ਚਾਹੀਦਾ ਹੈ। ਅਜੀਬ ਗੱਲ ਹੈ, ਸੀਸ ਚਾਹੀਦਾ। ਕੁਸਰ ਮੁਸਰ ਹੋਣ ਲੱਗ ਪਈ। ਹੁਣ ਕਈਆਂ ਦੇ ਦਿਲ ਧੜਕ ਰਹੇ ਸੀ ਇਸ ਗੱਲ ਨੂੰ ਦੇਖ ਕਰਕੇ ਵੀ ਸੀਸ ਚਾਹੀਦਾ। ਸਤਿਗੁਰੂ ਜੀ ਦੇ ਮਾਤਾ ਉਸ ਵਕਤ ਗੁਜਰੀ ਜੀ, ਦੋਵੇਂ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਬੈਠੇ ਹੈਰਾਨੀ ਨਾਲ ਇਹ ਕੌਤਕ ਦੇਖ ਰਹੇ ਸੀ, ਕਿਉਂਕਿ ਹਲੇ ਅੰਮ੍ਰਿਤ ਨਹੀਂ ਛਕਿਆ ਕਰਕੇ ਪਹਿਲੇ ਨਾਮ ਸੀਗੇ, ਤਾਂ ਇਸ ਤਰ੍ਹਾਂ ਹੁੰਦਾ। 3 ਵਾਰੀ ਸੀਸ ਮੰਗਣ ਤੇ ਲਾਹੌਰ ਦੇ ਖੱਤਰੀ ਭਾਈ ਦਇਆ ਰਾਮ ਨੇ ਉੱਠ ਕੇ ਸੀਸ ਆਪਣਾ ਅਰਪਣ ਕੀਤਾ। ਮਹਾਰਾਜ ਦਾਸ ਦਾ ਸੀਸ ਹਾਜ਼ਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ ਬਾਹੋਂ ਫੜ ਕੇ ਸਤਿਗੁਰੂ ਜੀ ਤੰਬੂ ਦੇ ਵਿੱਚ ਲੈ ਗਏ। ਫਿਰ ਲਹੂ ਨਾਲ ਲਿਬੜੀ ਜੋ ਸ੍ਰੀ ਸਾਹਿਬ ਹੱਥ ਵਿੱਚ ਫੜੀ ਦੀਵਾਨ ਵਿੱਚ ਆਏ ਤੇ ਹੋਰ ਸੀਸ ਮੰਗਿਆ। ਅਬੁਲ ਤਰਾਨੀ ਨੇ ਤਾਂ ਲਿਖਿਆ ਸਾਹਮਣੇ ਹੀ ਸੀਸ ਉਤਾਰ ਦਿੱਤੇ ਸਾਰੀ ਸੰਗਤ ਦੇ। ਪਰ ਰੋਹ ਵਿਚਾਰ ਵਾਲੀ ਗੱਲ ਹੁੰਦੀ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ, ਜਾਂ ਅੰਤਰਜਾਮੀ ਮਹਾਂਪੁਰਖਾਂ ਨੂੰ ਪਤਾ। ਤੇ ਇਸ ਤਰੀਕੇ ਦੇ ਨਾਲ ਜਦੋਂ ਹੋਰ ਸੀਸ ਮੰਗਿਆ ਤਾਂ ਭਾਈ ਧਰਮਦਾਸ ਜੀ ਨੇ ਸੀਸ ਭੇਟ ਕੀਤਾ। ਇਸੇ ਤਰ੍ਹਾਂ ਸੀਸਾਂ ਦੀ ਮੰਗ ਕਰਨ ਤੇ ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਜੀ ਨੇ ਵਾਰੀ-ਵਾਰੀ ਸੀਸ ਭੇਟ ਕੀਤੇ। ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਤੰਬੂ ਵਿੱਚ ਲੈ ਗਏ। ਮਹਾਰਾਜ ਨੇ ਕੁਝ ਸਮੇਂ ਬਾਅਦ ਗੁਰੂ ਸਾਹਿਬ 5 ਸਿੱਖਾਂ ਨੂੰ ਦਸਤਾਰਾਂ ਸਜਾ ਕੇ, ਕੇਸਰੀ ਵਸਤਰ ਪਵਾ ਕੇ, ਤੇੜ ਕਛਹਿਰੇ ਤੇ ਗਲ ਵਿੱਚ ਸੁੰਦਰ ਕਿਰਪਾਨਾਂ ਸਜਾ ਕੇ ਬਾਹਰ ਸੰਗਤ ਵਿੱਚ ਲੈ ਆਏ। ਅਬੁਲ ਤਰਾਨੀ ਲਿਖਦਾ ਵੀ ਮਹਾਰਾਜ ਨੇ ਉੱਥੇ ਸਰੀਰ ਪਏ ਸੀਗੇ, ਅੰਮ੍ਰਿਤ ਤਿਆਰ ਕੀਤਾ। ਤਿਆਰ ਕਰਕੇ ਸਾਰਿਆਂ ਦੇ ਉੱਤੇ ਜਿਹੜੇ ਸੀਸ ਅਲੱਗ-ਅਲੱਗ ਸੀ ਚੁੱਕ ਕੇ ਸੀਸ ਧੜ ਦੇ ਨਾਲ ਲਾ ਕੇ ਉੱਤੇ ਛਿੱਟਾ ਮਾਰ ਦਿੱਤਾ। ਅੰਮ੍ਰਿਤ ਦੀ ਸ਼ਕਤੀ ਦਿਖਾਈ। ਸਾਰੇ ਜਿਹੜੇ ਸੀ ਸੁਰਜੀਤ ਹੋ ਗਏ, ਬੈਠੇ ਹੋ ਗਏ, ਜਿਉਂਦੇ ਹੋ ਗਏ। ਫਿਰ ਵਸਤਰ ਵੀ ਬਦਲੇ, ਉਹਨਾਂ ਦੇ ਸੁੰਦਰ ਵਸਤਰ ਪਹਿਨਾਏ। ਇਹ ਕਈ ਪ੍ਰਕਾਰ ਦੀਆਂ ਵਿਚਾਰਾਂ ਚੱਲਦੀਆਂ ਨੇ। ਸਤਿਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਇਹ 5 ਪਿਆਰੇ ਹਨ ਭਾਈ, ਜਿਨ੍ਹਾਂ ਦੀ ਕੁਰਬਾਨੀ ਤੇ ਤਿਆਗ ਦੇ ਆਧਾਰ ਉੱਤੇ ਪੰਚਾਇਤੀ ਰਾਜ ਦੀ ਨੀਂਹ ਰੱਖੀ ਗਈ ਹੈ ਅਤੇ ਅੱਗੇ ਨੂੰ 5 ਦਾ ਫੈਸਲਾ ਹੀ ਪਰਮੇਸ਼ਰੀ ਫੈਸਲਾ ਹੋਵੇਗਾ। ਕਿਉਂਕਿ ਜਿਹੜੇ ਤਾਂ ਹੈਗੇ ਸਿੱਖ ਪਰਪੱਕਤਾ ਵਾਲੇ, ਉਹ ਤਾਂ ਨਿਸ਼ਚਾ ਕਰ ਜਾਂਦੇ ਸਾਰੀਆਂ ਚੀਜ਼ਾਂ ਤੇ। ਹੁਣ ਜਿਹੜੇ ਅੱਜ ਕੱਲ ਦੇ ਨੇ ਕਈ ਤਰ੍ਹਾਂ ਦੇ ਬੰਦੇ, ਉਹਨਾਂ ਦੇ ਮਨ ਡੋਲਦੇ, ਪਤਾ ਨਹੀਂ ਇਸ ਤਰ੍ਹਾਂ ਹੋਇਆ ਕਿ ਨਹੀਂ ਹੋਇਆ। ਜਦੋਂ ਆਪਾਂ ਸਤਿਗੁਰੂ ਨੂੰ ਸਰਬ ਕਲਾ ਸਮਰੱਥ ਮੰਨਦੇ ਹਾਂ, ਉਹ ਜੋ ਮਰਜ਼ੀ ਕਰ ਸਕਦੇ ਨੇ। ਇਸ ਕਰਕੇ ਪਰਖ ਹੋਣੀ ਬਹੁਤ ਜ਼ਰੂਰੀ ਸੀ। ਇਹ ਵੀ ਇਤਿਹਾਸ ਵਿੱਚ ਆਇਆ, ਜਦੋਂ 5 ਸਿੰਘ ਸੁਰਜੀਤ ਕਰਕੇ ਅੰਮ੍ਰਿਤ ਛਕਾਤਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਰਜੀਤ ਕੀਤੇ, ਸਿੰਘ ਖੜੇ ਹੋ ਗਏ। 5 ਜਾਣਿਆਂ ਨੂੰ ਬੜਾ ਪਛਤਾਵਾ ਹੋਰ ਵੀ ਹੋਇਆ ਵੀ ਉਹ ਤਾਂ ਬੜੀ ਵੱਡੀ ਗਲਤੀ ਹੋ ਗਈ, ਸਾਨੂੰ ਵੀ ਸੀਸ ਦੇਣਾ ਚਾਹੀਦਾ ਸੀ। ਸੋ ਇਸ ਤਰ੍ਹਾਂ ਫਿਰ 5 ਜਾਣੇ ਹੋਰ ਉੱਠ ਆਏ। ਸੋ ਭਾਈ ਦੇਵਾ ਸਿੰਘ, ਭਾਈ ਟਹਿਲ ਸਿੰਘ, ਰਾਮ ਸਿੰਘ ਆਦਿਕ ਸਿੰਘਾਂ ਦੇ ਨਾਮ ਮਹਾਰਾਜ ਨੇ ਕਿਹਾ ਹੁਣ ਤਾਂ ਅਸੀਂ ਭਾਈ ਉਹ ਸਾਰਾ ਕੌਤਕ ਵਰਤ ਚੁੱਕਿਆ। ਹਾਂ, ਤੁਹਾਡੇ 5 ਦੇ ਸੀਸ ਪ੍ਰਵਾਨ ਨੇ। ਅੱਜ ਤੋਂ ਤੁਸੀਂ ਸਾਡੇ 5 ਮੁਕਤੇ ਹੋਏ। ਇਹ ਜਿਹੜਾ ਨਗਰ ਕੀਰਤਨ ਦੇ ਚ ਅੱਗੇ ਨਿਸ਼ਾਨ ਸਾਹਿਬਾਂ ਵਾਲੇ 5 ਜਾਣੇ ਚੱਲਦੇ ਨੇ, ਇਹ 5 ਮੁਕਤਿਆਂ ਦੀ ਨਿਸ਼ਾਨੀ ਉਹਨਾਂ ਦੀ।
ਤੇ 5 ਸ੍ਰੀ ਸਾਹਿਬਾਂ ਵਾਲੇ ਪਿੱਛੇ ਚੱਲਦੇ ਨੇ 5 ਪਿਆਰੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ 5 ਪਿਆਰਿਆਂ ਨੂੰ ਸਜਾ ਕੇ ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ 'ਚ ਨਿਰਮਲ ਜਲ ਪਾ ਕੇ ਸਤਲੁਜ ਤੋਂ ਜਲ ਮੰਗਾਇਆ, ਪੁਣ ਕੇ ਜਲ ਪਾਇਆ, ਖੰਡੇ ਦੀ ਧਾਰ ਤੇ 5 ਬਾਣੀਆਂ ਦੇ ਪਾਠ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਬੀ ਸਾਹਿਬ, ਆਨੰਦ ਸਾਹਿਬ ਸੰਪੂਰਨ ਉਸ ਜਲ ਨੂੰ ਸਤਿਗੁਰਾਂ ਨੇ ਬਾਣੀ ਪੜ੍ਹ ਕੇ ਸ਼ਕਤੀਸ਼ਾਲੀ ਬਣਾਉਣਾ ਆਰੰਭਿਆ। ਉਸ ਸਮੇਂ ਸਤਿਗੁਰੂ ਦੇ ਵੱਡੇ ਮਹਿਲ ਮਾਤਾ ਜੀਤੋ ਜੀ ਝੋਲੀ ਭਰ ਕੇ ਪਤਾਸੇ ਲਿਆਏ, ਜੋ ਗੁਰਾਂ ਨੇ ਅੰਮ੍ਰਿਤ ਵਿੱਚ ਮਿਲਾ ਕੇ ਕਿਹਾ ਸ਼ਕਤੀ ਜਿਹੜੀ ਆ ਉਹ ਖੰਡਾ, ਭਗਤੀ ਬਾਣੀਆਂ ਦਾ ਪਾਠ ਹੈ, ਤੇ ਨਾਲ ਪਿਆਰ ਦੀ ਮਿਠਾਸ ਜਿਹੜੀ ਆ ਪਤਾਸੇ ਵੀ ਇਹਦੇ ਵਿੱਚ ਭਰ ਦਿੱਤੀ। ਸੂਰਜ ਪ੍ਰਕਾਸ਼ ਵਿੱਚ ਆਇਆ ਪ੍ਰਸੰਗ, ਭਲੋ ਭਇਓ ਤੂੰ ਚੱਲ ਆਈ। ਬਹੁਤ ਭਲਾ ਹੋ ਗਿਆ ਤੁਸੀਂ ਚੱਲ ਕੇ ਆਇਓ, ਪਤਾਸੇ ਲੈ ਕੇ ਆਇਓ। ਸੋ ਅੰਮ੍ਰਿਤ ਤਿਆਰ ਹੋਣ ਤੇ ਸਤਿਗੁਰੂ ਜੀ ਨੇ ਪਹਿਲਾਂ ਪਿਆਰਿਆਂ ਨੂੰ ਛਕਾਇਆ ਤੇ ਫਿਰ ਉਹਨਾਂ ਪਾਸੋਂ ਜੋਦਰੀ ਕਰਕੇ ਆਪ ਅੰਮ੍ਰਿਤ ਛਕਿਆ। ਹੁਣ ਇੱਥੇ ਇੱਕ ਭੁਲੇਖਾ ਕਈਆਂ ਨੂੰ ਪੈ ਜਾਂਦਾ ਹੈ, ਕੁਝ ਲੇਖਕ ਤੇ ਪ੍ਰਚਾਰਕ ਖਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਦਾ ਨਾਦੀ ਪੁੱਤਰ ਦੱਸ ਕੇ ਪ੍ਰਚਾਰ ਕਰਦੇ ਨੇ ਕਿ ਅੰਮ੍ਰਿਤ ਤਿਆਰ ਕਰਨ ਸਮੇਂ ਅੰਮ੍ਰਿਤ ਵਿੱਚ ਪਤਾਸੇ ਮਾਤਾ ਸਾਹਿਬ ਕੌਰ ਨੇ ਪਾਏ ਸਨ। ਇਤਿਹਾਸਕ ਤੱਥ ਤੋਂ ਇਹ ਗੱਲ ਗਲਤ ਹੈ, ਭੁਲੇਖਾ ਹੈ ਸਾਰਿਆਂ ਨੂੰ। ਮਾਤਾ ਸਾਹਿਬ ਕੌਰ ਜੀ ਖਾਲਸਾ ਸਾਜਣ 1699 ਤੋਂ 1 ਸਾਲ ਬਾਅਦ 1701 ਵਿੱਚ ਅਨੰਦਪੁਰ ਸਾਹਿਬ ਆਏ ਨੇ। ਅੰਮ੍ਰਿਤ ਵਿੱਚ ਪਤਾਸੇ ਗੁਰੂ ਸਾਹਿਬ ਦੇ ਵੱਡੇ ਮਹਿਲ ਮਾਤਾ ਅਜੀਤ ਕੌਰ ਜੀਤੋ ਜੀ ਨੇ ਪਾਏ ਨੇ। ਇਹਦੀ ਪ੍ਰੋੜਤਾ ਗਿਆਨੀ ਗਿਆਨ ਸਿੰਘ ਨੇ ਭਾਸ਼ਾ ਵਿਭਾਗ ਵੱਲੋਂ ਛਪੇ ਪੰਥ ਪ੍ਰਕਾਸ਼ ਦੇ ਪੰਨਾ 230 ਤੇ ਕੀਤੀ ਹੈ। ਸੁਣ ਹਵਾਲ ਤਬ ਮਾਤਾ ਸਾਹਿਬ, ਸ੍ਰੀ ਜੀਤੋ ਜੀ ਸਾਥ ਉਛਾਇਬ। ਭਾਵ ਉਛਾਇਬ ਤੋਂ ਭਾਵ ਨਾਲ ਆਏ। ਬਾਮ ਭਾਗ ਗੁਰ ਆਏ ਥੇ ਰਾਈ, ਮਹਾਰਾਜ ਦੇ ਬਾਮ ਹੁੰਦਾ ਖੱਬੇ ਪਾਸੇ ਆ ਕੇ ਖੜੇ ਹੋ ਗਏ। ਦਏ ਪਤਾਸੇ ਬਾਟੇ ਪਾਈ। ਪਿੱਛੇ ਜੇ ਜਦੋਂ ਆਪਾਂ ਨੇ ਇਹ ਰਹਿਤ ਮਰਿਆਦਾ ਵਾਲੀ ਸਾਰੀ ਸੀੜੀ ਭਰੀ ਸੀ ਤਾਂ ਹਜੂਰ ਸਾਹਿਬ ਤੋਂ ਇੱਕ ਸਿੰਘ ਦਾ ਫੋਨ ਆਇਆ ਸੀ ਮੈਨੂੰ, ਕਹਿੰਦੇ ਪਤਾਸੇ ਤਾਂ ਮਾਤਾ ਅਜੀਤ ਕੌਰ ਜੀ ਨੇ ਪਾਏ ਸੀ, ਤੁਸੀਂ ਮਾਤਾ ਸਾਹਿਬ ਜੀ ਕਿਹਾ। ਫਿਰ ਮੈਂ ਉਹਨੂੰ ਸਮਝਾਇਆ, ਇੱਥੇ ਵੀ ਲਿਖਿਆ ਨਾ ਕਿ ਸੁਣ ਹਵਾਲ ਤਬ ਮਾਤਾ ਸਾਹਿਬ। ਮੈਂ ਕਿਹਾ ਜਿਵੇਂ ਆਪਾਂ ਸਾਹਿਬ ਅੱਖਰ ਲਾਉਂਦੇ ਨਾ ਗੁਰੂ ਸਾਹਿਬ, ਉਦੋਂ ਮਾਤਾ ਜੀ ਨੂੰ ਵੀ ਮਾਤਾ ਸਾਹਿਬ ਜੀ ਕਹਿੰਦੇ ਸੀ। ਇਹ ਨਹੀਂ ਕਿ ਉਹ ਮਾਤਾ ਸਾਹਿਬ ਸਤਿਕਾਰ ਨਾਲ ਲਾਉਂਦੇ ਸੀ। ਮਾਤਾ ਅਜੀਤ ਕੌਰ ਜੀ, ਮਾਤਾ ਸਾਹਿਬ ਜੀ, ਇਸ ਤਰ੍ਹਾਂ ਕਰਕੇ ਸਤਿਕਾਰ ਨਾਲ ਬੋਲਦੇ ਸੀ। ਕਈਆਂ ਨੂੰ ਭੁਲੇਖਾ ਲੱਗ ਜਾਂਦਾ। ਇਸ ਤਰ੍ਹਾਂ ਪੰਥ ਖਾਲਸਾ ਸਾਜ ਕੇ ਮਰਦਾਂ ਦੇ ਨਾਵਾਂ ਨਾਲ ਸ਼ਬਦ ਸਿੰਘ ਅਤੇ ਇਸਤਰੀਆਂ ਦੇ ਨਾਵਾਂ ਨਾਲ ਸ਼ਬਦ ਕੌਰ ਜੋੜ ਦਿੱਤਾ ਅਤੇ 5 ਕਕਾਰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰੇ ਦਾ ਧਾਰਨੀ ਬਣਾ ਕੇ ਹੁਕਮ ਕੀਤਾ, ਕੇਸਨ ਅਦਬ ਨਾ ਕੱਛ ਬਿਨ ਰਹਿਣਾ। ਕੇਸਾਂ ਦਾ ਅਦਬ ਰੱਖਣਾ ਤੇ ਕਛਹਿਰੇ ਤੋਂ ਬਿਨਾਂ ਨਹੀਂ ਰਹਿਣਾ। ਅਰਧ ਨਾਮ ਸਿੰਘ ਨਹਿ ਕਹਿਣਾ, ਅੱਧਾ ਨਾਂ ਨਹੀਂ ਲੈਣਾ ਸਿੰਘਾਂ ਨੇ ਕਿਸੇ ਦਾ। ਹੁਣ ਅੱਜ ਦੇ ਯੁੱਗ 'ਚ ਦੇਖੀਏ ਤਾਂ ਸਾਰੇ ਹੀ ਅੱਧਾ ਨਾਂ ਹੀ ਲੈਂਦੇ। ਸਿੰਘ ਅੱਖਰ ਤਾਂ ਕੌਰ ਅੱਖਰ ਵਰਤਦਾ ਹੀ ਨਹੀਂ ਕੋਈ। ਬਹੁਤ ਲੋਕੀ ਤਾਂ ਸਿੰਘ ਤੇ ਕੌਰ ਅੱਖਰ ਤੋਂ ਨਫ਼ਰਤ ਹੀ ਕਰਦੇ ਨੇ। ਕੀ ਲੋੜ ਹੈ ਜੀ ਸਿੰਘ ਕੌਰ ਕਹਿਣ ਦੀ? ਉਹਨਾਂ ਦੇ ਪਾਸਪੋਰਟਾਂ ਤੇ ਉਹਨਾਂ ਇੱਧਰ ਉੱਧਰ ਵੀ ਹੋਰ ਕੱਲਾ ਸਿੰਘ ਤੋਂ ਬਿਨਾਂ ਹੀ ਨਾਂ ਲਿਖਾਉਣਾ ਜਿਹੜਾ ਚੰਗਾ ਸਮਝਦੇ ਨੇ। ਇਹ ਨਹੀਂ ਪਤਾ ਕਿ ਇੰਨੀ ਕੁਰਬਾਨੀ ਕਰਕੇ ਸਾਡੇ ਨਾਲ ਸਿੰਘ ਤੇ ਕੌਰ ਅੱਖਰ ਲਾਇਆ, ਮਿਹਨਤ ਇੰਨੀ ਹੋਈ, ਕੁਰਬਾਨੀ ਹੋਈ। ਰੋ ਵਿਚਾਰ ਉਹਨਾਂ ਨੂੰ ਵਿਚਾਰਿਆਂ ਨੂੰ ਸਮਝ ਨਹੀਂ ਆਈ। ਜਦੋਂ ਸਮਝ ਆਊਗੀ ਉਹ ਵੀ ਕਦਰ ਕਰਨਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਥ ਖਾਲਸੇ ਜਾਤੀ ਭੇਦ ਮਿਟਾਉਣ ਲਈ ਸਮੂਹ ਜਾਤਾਂ ਤੇ ਗੋਤਾਂ ਨੂੰ ਇੱਕੋ ਰੂਪ ਦੇਣ ਲਈ ਇੱਕੋ ਬਾਟੇ 'ਚ ਸਭ ਦੇ ਮੂੰਹ ਲਵਾ ਕੇ ਅੰਮ੍ਰਿਤ ਪਿਲਾਇਆ ਤੇ ਸਿੰਘਾਂ ਨੇ ਆਪਣੇ ਫਰਜ਼ ਦੀ ਪਾਲਣਾ ਕਰਨ ਲਈ ਰਹਿਤ ਮਰਿਆਦਾ ਦੱਸ ਕੇ 10 ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ। ਉਹ ਗੁਣ ਇਹ ਸੀ ਵੀ ਦਇਆ ਆਪਣੇ ਮਨ 'ਚ ਲਿਆਓ ਭਾਈ, ਦਾਨ ਕਰਨਾ, ਖਿਮਾ, ਇਸ਼ਨਾਨ, ਸੀਲ, ਸੁਸ਼ੀਲ ਹੋਣਾ, ਸੁਚਮ, ਸੱਚ ਬੋਲਣਾ, ਸਾਧਨ ਸਿੱਧ ਹੋਣਾ, ਸੂਰਬੀਰਤਾ ਤੇ ਭਗਤੀ। ਉਹਨਾਂ ਕਿਹਾ ਜੋ ਇਹਨਾਂ 10 ਗੁਣਾਂ ਦਾ ਧਾਰਨੀ ਹੈ ਤੇ 10 ਔਗਣ ਜਿਹੜੇ ਨੇ ਉਹ ਤਿਆਗਣੇ। 10 ਔਗਣ ਕਿਹੜੇ? ਹਿੰਸਾ ਕਰਨੀ, ਜਿਹੜੀ ਹਿੰਸਾ ਨਹੀਂ ਕਰਨੀ, ਕਿਸੇ ਜਾਨਵਰ ਨੂੰ ਮਾਰਨਾ, ਕਿਸੇ ਬੰਦੇ ਨੂੰ ਐਵੇਂ ਮਾਰਨਾ, ਹਿੰਸਾ ਕਿਸੇ ਪ੍ਰਕਾਰ ਦੀ ਰੋਕੀ ਹੈ ਮਹਾਰਾਜ ਨੇ। ਹੰਕਾਰ ਨਹੀਂ ਕਰਨਾ, ਆਲਸ ਨਹੀਂ ਕਰਨੀ,
अपने काज को क्यों अलकाई है। बाणी अंदर बहुत सारे बचन आउंदे ने। कंजूसी नहीं करनी, कठोरता नहीं बाहली करनी। बाहले बंदे अपने पंथ विच ही कट्टड़ जे ते कठोरता वाले बाहले बने, फिर आपां किसे नूं नेड़े नहीं ला सकदे। कठोरता विच बहुत मिठास निमरता नाल ही आपां सब नूं प्यार भावना नाल ही जित सकदे। फिर जड़ता होनी, मूर्खता जी एवें दिखाई जानी, कुचीलता होना, गंदा रहना ये छड्ड दो, अपवित्रता छड्ड दो ते कई प्रकार दा जिहड़ा एवें मांस खाना, शराब पीनी, होर आंडे खाने, ये सब चीजां त्याग करेगा, उही सच्चा सुच्चा सिख बनेगा। 10 ग्राहे 10 त्यागी ऐसो ताहे खालसा कथत सुजानू। ये महाराज ने ये जिहड़े बचन सरबलो प्रकाश च आए ने। खालसा नूं गुरु साहब ने तमाम वहमां भरमां ते पखंडां तो पाक करके हुक्म कीता। जागत जोत जपै निसबासर, निसबासर रात दिन जागदी जोत निरंकार जी दा जाप जपो। जागत जोत निरंकार परमेश्वर सर्व व्यापक, एक बिना मन नैक न अन्न। एक परमेश्वर तो बिना रत्ता मात्र भी दूजे नूं मन च न लियाओ। पूर्ण प्रेम प्रतीत सजै ब्रत गोर मड़ी मठ, भूल न मानै। तीर्थ दान दया तप संजम, एक बिना नह एक पछानै। पूर्ण जोत जगै घट मैं, तब खालस ताहे नखालस जानै। सो इस करके 33 सवैयां दी बाणी 10वें पातशाह दी है। एक आम तां नहीं कोई पढ़दा, बस इक्को ही सारे कवित जाणदे ने सवैया, पर ये 33 सवैये बाणी बहुत ही सिक्ख्यादायक, बहुत आनंदमयी बाणी है। बख्शिशां भी बड़ियां इस च। कदे भी मिल जाए पोथी, जिवें बेअंत बाणियां वाले पोथी दे विच इह बरीक अखरां वाले 33 सवैये जां होर पोथियां विच भी 33 सवैये मिल जाण, की हर्ज है जे हौली 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 करके आपां पढ़दे रहिए बाणी। चलो एक दिन च नहीं, 2 दिन च थोड़ा पढ़ लीए। सो इहदी प्रौढ़ता इन्हां सारे इतिहासकारां ने भी कीती है। गुरप्रताप सूरज ग्रंथ रुत 5वीं च, अंसू 3 च 2711 पन्ने ते है। गुरबिलास साखी दे विच भी है पन्ना 326 ते। महान कोश भाई कान सिंह जी नाभा वाले ने 178 पेज ते भी कीती है। खालसे दी माता हरी सिंह सलार जी ने जिहड़ी पुस्तक लिखी है 34-35 पेज ते, उत्थे भी है। माता सुंदरी जी जिहड़ा जीवन लिखिया है, सो डॉक्टर महेंद्र कौर गिल उन्होंने लिखिया जिहड़ी पुस्तक पन्ना 45 ते माता जी का जीवन लिखिया है। धन गुरु गोबिंद सिंह ने खालसा साजन तो पहला अमृत वेले सवा पहर पाठ कीता ਅਤੇ ਅਰਦਾਸਾ ਕਰਕੇ ਅਮਲੀ ਰੂਪ ਵਿੱਚ ਗ੍ਰਸਤ ਦਾ ਤਿਆਗ ਕਰਨ ਦਾ ਪਰਨ ਲਿਆ ਕਿ ਬਾਕੀ ਦਾ ਜਿਹੜਾ ਜੀਵਨ ਹੈ ਉਹ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ। ਇਸ ਨਿਰੰਕਾਰ ਜੀ ਦੇ ਹੁਕਮ ਅਨੁਸਾਰ ਅਸੀਂ ਇਹ ਕਾਰਜ ਕਰਨੇ ਨੇ। ਇਹਦੇ ਲਈ ਸੰਘਰਸ਼ ਭਰਿਆ ਬਿਤਾਇਆ ਜਾਵੇਗਾ ਜੀਵਨ। ਇਸ ਪਰਨ ਨੂੰ ਨਿਭਾਉਣ ਲਈ ਉਹਨਾਂ ਨੇ ਮਾਤਾ ਸਾਹਿਬ ਕੌਰ ਨੂੰ ਆਖਰ ਤੱਕ ਕੁਆਰਾ ਡੋਲਾ ਰੱਖਿਆ। ਇਹ ਦਸਮੇਸ਼ ਚਰਿੱਤਰ ਪੋਥੀ 187 ਵਿੱਚ ਵੀ ਲਿਖਿਆ ਪੰਨਾ ਤੇ। 5 ਪਿਆਰੇ ਸਾਜੇ ਮਾਤਾ ਸਾਹਿਬ ਕੌਰ ਦੇ ਵੱਡੇ ਧਰਮ ਸਪੁੱਤਰ ਉਹ 5 ਪਿਆਰੇ ਨੇ। ਮਾਤਾ ਜੀ ਦੇ ਵੱਡੇ ਪੁੱਤਰ ਕੌਣ? ਬਈ 5 ਪਿਆਰੇ ਜਿਹੜੇ ਪਹਿਲਾਂ ਸੱਜੇ ਨੇ, ਜੋ ਆਪਣੇ ਸੀਸ ਗੁਰੂ ਚਰਨਾਂ ਤੇ ਭੇਟ ਕਰਕੇ ਨਵਾਂ ਖਾਲਸਾਈ ਸਰੂਪ ਧਾਰਨ ਕਰਕੇ 5 ਪਿਆਰੇ ਕਹਾਏ ਸਨ। ਮਹਾਨ ਕੋਸ਼ ਦੇ ਲੇਖਕ ਭਾਈ ਕਾਨ ਸਿੰਘ ਜੀ ਨਾਭਾ ਵਾਲੇ ਲਿਖਦੇ ਨੇ, ਕਹਿੰਦੇ ਕਿ ਅਫਸੋਸ ਹੈ ਕਿ ਇਹਨਾਂ ਮਹਾਨ ਪਰਉਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਯਤਨ ਕਰਨ ਤੇ ਵੀ ਪ੍ਰਾਪਤ ਨਹੀਂ ਹੋਇਆ। ਜੋ ਕੁਝ ਲਿਖਿਆ ਮਿਲਿਆ ਉਸ ਨਾਲ ਸਾਡੀ ਪੂਰੀ ਸਹਿਮਤੀ ਨਹੀਂ, ਤਸੱਲੀ ਨਹੀਂ ਹੁੰਦੀ। ਰੋਹ ਵਿਚਾਰ ਇਹ ਸਾਰੀਆਂ ਚੀਜ਼ਾਂ ਖੋਜ ਦੇ ਅਧੀਨ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਪ੍ਰਕਾਸ਼ਿਤ ਕੀਤੀ ਧਰਮ ਪੋਥੀ ਨੰਬਰ 7-8 ਦੇ ਪੰਨਾ 238 ਉੱਤੇ ਲਿਖਿਆ ਹੈ ਕਿ ਸ੍ਰੀ ਦਸ਼ਮੇਸ਼ ਜੀ ਨੇ ਆਗਿਆ ਕੀਤੀ ਕਿ ਦੀਵਾਨ ਵਿੱਚ ਜੋ ਪ੍ਰਸ਼ਾਦ ਵਰਤੇ ਉਹ ਸਭ ਸਿੱਖਾਂ ਤੋਂ ਪਹਿਲਾਂ 5 ਪਿਆਰਿਆਂ ਨੂੰ ਦਿੱਤਾ ਜਾਵੇ। ਇਸੇ ਆਗਿਆ ਨੂੰ ਮੁੱਖ ਰੱਖ ਕੇ ਪੰਥ ਨੇ ਇਹ ਮਰਿਆਦਾ ਬੰਨ੍ਹੀ ਹੈ ਕਿ ਗੁਰੂ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਮਗਰੋਂ ਅਰਦਾਸ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਇਸ ਧਰਮ ਪੋਥੀ ਵਿੱਚ 5 ਪਿਆਰਿਆਂ ਦਾ ਸੰਖੇਪ ਹਾਲ ਵੀ ਦਿੱਤਾ ਹੋਇਆ ਕਿ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਨਿਵਾਸੀ ਸ੍ਰੀ ਸੁੱਧੇ ਖੱਤਰੀ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ ਸੰਮਤ 1726 ਵਿੱਚ ਹੋਇਆ।
ਜਦ 1756 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਇਹ ਨਿਤਰੇ ਸਨ। ਫਿਰ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਕੇ ਭਾਈ ਦਇਆ ਸਿੰਘ ਬਣੇ ਤੇ ਪੰਜਾਂ ਪਿਆਰਿਆਂ ਦੇ ਜਥੇਦਾਰ ਥਾਪੇ ਗਏ। ਅੰਮ੍ਰਿਤ ਛਕ ਕੇ ਇਹ ਹਰ ਸਮੇਂ ਸ੍ਰੀ ਦਸ਼ਮੇਸ਼ ਪਿਤਾ ਜੀ ਦੀ ਹਜ਼ੂਰੀ ਵਿੱਚ ਰਹੇ ਅਤੇ ਧਰਮ ਯੁੱਧਾਂ ਦੇ ਵਿੱਚ ਵੀ ਜਾ ਕੇ ਜੂਝਦੇ ਰਹੇ। ਧੰਨ ਭਾਈ ਦਇਆ ਸਿੰਘ ਜੀ। ਜਦੋਂ ਸ੍ਰੀ ਦਸ਼ਮੇਸ਼ ਜੀ ਚਮਕੌਰ ਸਾਹਿਬ ਜਾਣ ਲੱਗੇ ਤਾਂ ਪੰਜਾਂ ਪਿਆਰਿਆਂ ਨੇ ਇਹਨਾਂ ਦੀ ਡਿਊਟੀ ਵੀ ਗੁਰੂ ਸਾਹਿਬ ਜੀ ਦੇ ਨਾਲ ਜਾਣ ਦੀ ਲਾਈ। ਜਫਰਨਾਮਾ ਨਾਂ ਦੀ ਜਿਹੜੀ ਮਹਾਰਾਜ ਦੀ ਪੱਤਰਕਾ ਹੈ, ਗੁਰੂ ਜੀ ਨੇ ਔਰੰਗਜ਼ੇਬ ਨੂੰ ਦੱਖਣ ਵਿੱਚ ਭੇਜੀ ਸੀ, ਉਹ ਭਾਈ ਦਇਆ ਸਿੰਘ ਜੀ ਲੈ ਕੇ ਗਏ ਸਨ। ਭਾਈ ਸਾਹਿਬ ਗੁਰੂ ਜੀ ਦੇ ਨਾਲ ਗੁਰੂ ਤੇ ਪਾਵਨ ਸਥਾਨ ਜਿਹੜੇ ਨੇ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਵੀ ਗਏ ਅਤੇ ਉੱਥੇ ਸੰਮਤ 1765 ਵਿੱਚ ਆਪ ਜੀ ਨੇ ਅਕਾਲ ਚਲਾਣਾ ਕੀਤਾ। ਉੱਥੇ ਭਾਈ ਸਾਹਿਬ ਦਾ ਸਥਾਨ ਬਣਿਆ ਹੋਇਆ ਹੈ। ਦੂਸਰੇ ਪਿਆਰੇ ਭਾਈ ਧਰਮ ਸਿੰਘ ਦਾ ਪਹਿਲਾ ਨਾਮ ਭਾਈ ਧਰਮਦਾਸ ਸੀ। ਇਹਨਾਂ ਦਾ ਜਨਮ ਹਸਤਨਾਪੁਰ ਦਿੱਲੀ ਨਿਵਾਸੀ ਸ੍ਰੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਂਭੋ ਦੀ ਕੁੱਖੋਂ ਸੰਮਤ 1723 ਨੂੰ ਹੋਇਆ। ਜਦੋਂ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਕਲਗੀਧਰ ਨੇ ਦੂਜੇ ਸੀਸ ਦੀ ਮੰਗ ਕੀਤੀ ਤਾਂ ਇਹਨਾਂ ਨੇ ਸੀਸ ਭੇਟਾ ਕੀਤਾ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਸੋਂ ਅੰਮ੍ਰਿਤ ਛਕ ਕੇ ਭਾਈ ਧਰਮਦਾਸ ਤੋਂ ਭਾਈ ਧਰਮ ਸਿੰਘ ਬਣ ਗਏ। ਇਸ ਤੋਂ ਮਗਰੋਂ ਇਹ ਹਰ ਸਮੇਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰਹੇ ਤੇ ਧਰਮ ਯੁੱਧਾਂ ਜੂਝਦੇ ਰਹੇ। ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਜਾਣ ਲੱਗੇ ਤਾਂ ਇਹਨਾਂ ਦੀ ਡਿਊਟੀ ਵੀ ਸਤਿਗੁਰੂ ਜੀ ਦੇ ਨਾਲ ਜਾਣ ਦੀ ਲੱਗੀ ਸੀ। ਇਹ ਸਤਿਗੁਰੂ ਦੀ ਹਜ਼ੂਰੀ ਵਿੱਚ ਰਹੇ ਅਤੇ ਇਹਨਾਂ ਦਾ ਜਿਹੜਾ ਸੱਚਖੰਡ ਗਮਨ ਦਿਵਸ 1765 ਵਿੱਚ ਦੱਖਣ ਵਿੱਚ ਹਜੂਰ ਸਾਹਿਬ ਵਿਖੇ ਨੰਦੇੜ ਤੇ ਹੋਇਆ, ਨੰਦੇੜ ਦੇ ਸਥਾਨ ਤੇ। ਇਹ ਦੋ ਪਿਆਰਿਆਂ ਨੇ ਜਿਹੜਾ ਸੱਚਖੰਡ ਗਮਨ ਕੀਤਾ ਸ੍ਰੀ ਹਜੂਰ ਸਾਹਿਬ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਉਹਨਾਂ ਨੇ। ਉੱਥੇ ਇਹਨਾਂ ਦੇ ਪਾਵਨ ਸਥਾਨ ਬਣੇ ਵੀ ਹੋਏ ਨੇ। ਤੀਸਰੇ ਪਿਆਰੇ ਭਾਈ ਮੋਹਕਮ ਸਿੰਘ ਦਾ ਪਹਿਲਾ ਨਾਮ ਭਾਈ ਮੋਹਕਮ ਚੰਦ ਸੀ। ਇਹਨਾਂ ਦਾ ਜਨਮ ਦਵਾਰਕਾ ਨਿਵਾਸੀ ਸ੍ਰੀ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾਂਬਾਈ ਜੀ ਦੀ ਕੁੱਖੋਂ ਸੰਮਤ 1720 ਵਿੱਚ ਹੋਇਆ। ਸੰਮਤ 1756 ਦੀ ਵਿਸਾਖੀ ਵਾਲੇ ਦਿਨ ਜਦ ਸ੍ਰੀ ਦਸ਼ਮੇਸ਼ ਜੀ ਨੇ ਤੀਜੇ ਸੀਸ ਦੀ ਮੰਗ ਕੀਤੀ ਤਾਂ ਇਹਨਾਂ ਆਪਣਾ ਸੀਸ ਪੇਸ਼ ਕੀਤਾ। ਉਸੇ ਦਿਨ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕ ਕੇ ਉਹ ਭਾਈ ਮੋਹਕਮ ਸਿੰਘ ਜੀ ਬਣ ਗਏ। ਉਸ ਤੋਂ ਮਗਰੋਂ ਇਹ ਸਦਾ ਸਤਿਗੁਰੂ ਦੀ ਸੇਵਾ ਵਿੱਚ ਰਹੇ ਅਤੇ ਧਰਮ ਯੁੱਧਾਂ ਵਿੱਚ ਵੀਰਤਾ ਦਿਖਾਉਂਦੇ ਰਹੇ। ਆਪ ਜੀ ਸੰਮਤ 1761 ਵਿੱਚ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ। ਪਹਿਲੇ ਦੋ ਪਿਆਰੇ ਸ੍ਰੀ ਹਜੂਰ ਸਾਹਿਬ ਸੱਚਖੰਡ ਗਮਨ ਕੀਤਾ ਤੇ ਭਾਈ ਬਾਅਦ ਵਿੱਚ ਜਿਹੜੇ ਤਿੰਨ ਪਿਆਰੇ ਨੇ ਇਹਨਾਂ ਨੇ ਚਮਕੌਰ ਸਾਹਿਬ ਵਿਖੇ ਸ਼ਹੀਦੀ ਪਾਈ। ਭਾਈ ਸਾਹਿਬ ਸਿੰਘ ਦਾ ਪਹਿਲਾ ਨਾਮ ਭਾਈ ਸਾਹਿਬ ਚੰਦ ਸੀ। ਚੌਥੇ ਪਿਆਰੇ ਨੇ ਇਹ ਬਿਦਰ ਨਿਵਾਸੀ ਇਸ ਪ੍ਰਕਾਰ ਜੋ ਹੋਏ ਨੇ ਸ੍ਰੀ ਚਮਨੇ ਨਾਈ ਦੇ ਘਰ ਮਾਤਾ ਸੋਨਾਬਾਈ ਦੀ ਕੁੱਖੋਂ ਸੰਮਤ 1719 ਵਿੱਚ ਜਨਮੇ। ਜਦ ਸੰਮਤ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਸੀਸ ਭੇਟ ਕਰਨ ਵਾਲੇ ਚੌਥੇ ਸਿੱਖ ਭਾਈ ਸਾਹਿਬ ਚੰਦ ਜੀ ਸਨ। ਉਸੇ ਦਿਨ ਸ੍ਰੀ ਕਲਗੀਧਰ ਜੀ ਤੋਂ ਅੰਮ੍ਰਿਤ ਛਕ ਕੇ ਆਪ ਭਾਈ ਸਾਹਿਬ ਸਿੰਘ ਬਣ ਗਏ। ਇਹ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਗੁਰੂ ਜੀ ਦੇ ਧਰਮ ਯੁੱਧਾਂ ਵਿੱਚ ਹਿੱਸਾ ਲੈਂਦੇ ਰਹੇ। ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਹਿੱਸਾ ਲਿਆ ਇਹਨਾਂ ਨੇ। ਭੰਗਾਣੀ ਦੇ ਜੰਗ ਵਿੱਚ ਆਪ ਨੇ ਬਹੁਤ ਬਹਾਦਰੀ ਵਿਖਾਈ, ਜਿਸ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਬਚਿੱਤਰ ਨਾਟਕ ਦੇ 8ਵੇਂ ਅਧਿਆਏ ਵਿੱਚ ਕੀਤਾ। ਅੰਮ੍ਰਿਤ ਛਕ ਕੇ ਆਪ ਅੱਗੇ ਨਾਲੋਂ ਵੀ ਵਧੇਰੇ ਵੀਰਤਾ ਨਾਲ ਜੂਝਦੇ ਰਹੇ। ਆਪ ਸੰਮਤ 1761 ਨੂੰ ਚਮਕੌਰ ਸਾਹਿਬ ਸ਼ਹੀਦ ਹੋਏ। ਭਾਈ ਸਾਹਿਬ ਸਿੰਘ ਦਾ ਪਹਿਲਾ ਨਾਂ, ਇਹ ਪੰਜਵੇਂ ਪਿਆਰੇ ਨੇ। ਭਾਈ ਹਿੰਮਤ ਸਿੰਘ ਦਾ ਪਹਿਲਾ ਨਾਮ ਭਾਈ ਹਿੰਮਤ ਰਾਏ ਸੀ। ਆਪ ਦਾ ਜਨਮ ਪੁਰੀ ਜਗਨਨਾਥ ਦੇ ਨਿਵਾਸੀ ਸ੍ਰੀ ਗਲਜਾਰੀ ਝਿਊਰ ਦੇ ਘਰ ਮਾਤਾ ਧੰਨੋ ਦੀ ਕੁੱਖ ਤੋਂ ਸੰਮਤ 1718 ਵਿੱਚ ਹੋਇਆ। ਜਦ 1756 ਦੀ ਵਿਸਾਖੀ ਵਾਲੇ ਦਿਨ ਸ੍ਰੀ ਦਸ਼ਮੇਸ਼ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਪੰਜਵੇਂ ਨੰਬਰ ਤੇ ਸੀਸ ਭੇਟ ਕਰਨ ਲਈ ਭਾਈ ਹਿੰਮਤ ਰਾਏ ਜੀ ਨਿਤਰੇ। ਉਸੇ ਦਿਨ ਸ੍ਰੀ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕ ਕੇ ਆਪ ਭਾਈ ਹਿੰਮਤ ਸਿੰਘ ਜੀ ਬਣੇ। ਉਹ ਮਗਰੋਂ
ਉਹ ਸਦਾ ਸਤਿਗੁਰ ਦੀ ਹਜ਼ੂਰੀ ਵਿੱਚ ਰਹੇ ਤੇ ਧਰਮ ਯੁੱਧਾਂ ਵਿੱਚ ਜੂਝਦੇ ਰਹੇ। ਆਪ ਜੀ ਵੀ ਸੰਮਤ 1761 ਨੂੰ ਚਮਕੌਰ ਸਾਹਿਬ ਸ਼ਹੀਦ ਹੋਏ। ਬਾਬਾ ਬੁੱਢਾ ਜੀ ਦੇ ਜੀਵਨ ਚਰਿੱਤਰ ਵਿੱਚ ਭਾਈ ਮੰਗਲ ਸਿੰਘ ਵੀ ਇਸ ਤਰ੍ਹਾਂ ਹੀ ਲਿਖਦੇ ਨੇ ਕਿ ਭਾਈ ਦਇਆ ਸਿੰਘ ਨੇ ਲਾਹੌਰ ਨਿਵਾਸੀ ਸੁੱਧੇ ਖੱਤਰੀ ਦੇ ਘਰ ਮਾਤਾ ਦਿਆਲੀ ਦੇ ਕੁੱਖੋਂ ਸੰਮਤ 1726 ਵਿੱਚ ਜਨਮ ਲਿਆ ਔਰ ਭਾਈ ਧਰਮ ਸਿੰਘ ਨੇ ਹਸਤਨਾਪੁਰੀ ਨਿਵਾਸੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਂਭੋ ਦੇ ਉਦਰ ਤੋਂ ਸੰਮਤ 1723 ਵਿੱਚ ਜਨਮ ਲਿਆ ਅਤੇ ਸੰਮਤ 1765 ਵਿੱਚ ਹਜੂਰ ਸਾਹਿਬ ਵਿਖੇ ਉਹਨਾਂ ਦਾ ਸੱਚਖੰਡ ਗਮਨ ਹੋਇਆ। ਭਾਈ ਮੋਹਕਮ ਸਿੰਘ ਦਾ ਜਨਮ ਦਵਾਰਕਾ ਨਿਵਾਸੀ ਤੀਰਥ ਚੰਦ ਸ਼ਿੰਬੇ ਦੇ ਘਰ ਮਾਤਾ ਦੇਵਾਬਾਈ ਦੀ ਕੁੱਖੋਂ ਸੰਮਤ 1720 ਵਿੱਚ ਹੋਇਆ ਤੇ ਸੰਮਤ 1761 ਵਿੱਚ ਚਮਕੌਰ ਦੇ ਧਰਮਯੁੱਧ ਵਿੱਚ ਸ਼ਹੀਦ ਹੋਏ। ਭਾਈ ਸਾਹਿਬ ਸਿੰਘ ਦਾ ਜਨਮ ਬਿਦਰ ਨਿਵਾਸੀ ਚਮਨੇ ਨਾਈ ਦੇ ਘਰ ਸੋਨਾਬਾਈ ਦੀ ਕੁੱਖੋਂ ਸੰਮਤ 1719 ਵਿੱਚ ਹੋਇਆ ਅਤੇ ਸੰਮਤ 1761 ਵਿੱਚ ਚਮਕੌਰ ਦੇ ਧਰਮਯੁੱਧ ਵਿੱਚ ਸ਼ਹੀਦ ਹੋਏ। ਸਿੰਘ ਸੱਜਣ ਤੋਂ ਪਹਿਲਾਂ ਭੰਗਾਣੀ ਦੇ ਜੰਗ ਵਿੱਚ ਆਪ ਨੇ ਵੱਡੀ ਵੀਰਤਾ ਦਿਖਾਈ, ਜਿਸ ਦਾ ਜ਼ਿਕਰ ਗੁਰੂ ਮਹਾਰਾਜ ਨੇ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਕੀਤਾ ਹੈ। ਭਾਈ ਹਿੰਮਤ ਸਿੰਘ ਦਾ ਜਨਮ ਪੁਰੀ ਜਗਨਨਾਥ ਨਿਵਾਸੀ ਗੁਲਜਾਰੀ ਝੀਵਰ ਦੇ ਘਰ ਧੰਨੋ ਦੇ ਉਦਰ ਤੋਂ ਸੰਮਤ 1718 ਵਿੱਚ ਹੋਇਆ ਤੇ ਸੰਮਤ 1761 ਦੇ ਧਰਮਯੁੱਧ ਵਿੱਚ ਚਮਕੌਰ ਸਾਹਿਬ ਦੇ ਚਾਪ ਸ਼ਹੀਦ ਹੋਏ। ਇਉਂ ਪੰਜਾਂ ਪਿਆਰਿਆਂ ਦਾ ਵੇਰਵਾ ਆਉਂਦਾ। ਹੁਣ ਜਿਹੜੀ ਗੁਰੂ ਸਾਹਿਬ ਜੀ ਨੇ ਪੁੱਤਰ ਦੀ ਬਖਸ਼ਿਸ਼ ਕੀਤੀ ਮਾਤਾ ਜੀ ਨੂੰ, ਆਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਦਾ ਨਾਮ ਲਿਖਿਆ। ਇਹ ਗਿਆਨੀ ਹਰੀ ਸਿੰਘ ਜੀ ਦੀ ਖੋਜ ਹੈ ਕਿ ਮਾਤਾ ਜੀ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰਜੀਤ ਕੌਰ ਨਾਮ ਰੱਖਿਆ। ਰੋ ਵਿਚਾਰ। ਸੋ ਮਾਤਾ ਗੁਰਜੀਤ ਕੌਰ ਜੀ ਨੇ ਆਪਣੀ ਛੋਟੀ ਨੂੰਹ ਨੂੰ ਪਿਆਰ ਨਾਲ ਮਹਿਲੀ ਲਿਜਾ ਕੇ ਯੋਗ ਸਥਾਨ ਦਿੱਤਾ। ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ ਅਤੇ ਵੱਡੀ ਭੈਣ ਮਾਤਾ ਸੁੰਦਰ ਕੌਰ ਨਾਲ ਡੂੰਘਾ ਪਿਆਰ ਤੇ ਸਤਿਕਾਰ ਰੱਖਣ ਲੱਗ ਪਏ। ਉਹਨਾਂ ਨੇ ਮਾਤਾ ਅਜੀਤ ਕੌਰ ਦੇ ਤਿੰਨੇ ਸਾਹਿਬਜ਼ਾਦਿਆਂ ਨੂੰ ਸੰਭਾਲਣ ਤੇ ਸਵਾਰਨ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ, ਕਿਉਂਕਿ ਮਾਤਾ ਜੀ ਸੱਚਖੰਡ ਗਮਨ ਕਰ ਚੁੱਕੇ ਸਨ। ਮਿੱਠੇ ਸੁਭਾਅ, ਨਿਮਰਤਾ ਤੇ ਪਿਆਰ ਕਾਰਨ ਉਹ ਥੋੜੇ ਸਮੇਂ ਵਿੱਚ ਹੀ ਪਰਿਵਾਰ ਵਿੱਚ ਰਚ ਮਿਚ ਗਏ। ਪਰ ਮਾਤਾ ਸੁੰਦਰ ਕੌਰ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਅਜੀਤ ਕੌਰ ਦੇ ਸਾਹਿਬਜ਼ਾਦੇ ਤਿੰਨਾਂ ਪੁੱਤਰਾਂ ਨੂੰ ਇਸ ਪ੍ਰਕਾਰ ਖਿਡਾਉਂਦੇ ਤੇ ਕਲੋਲ ਕਰਦੇ ਤੱਕ ਕਿ ਉਹਨਾਂ ਦਾ ਇਸਤਰੀ ਮਨ ਜਾਗਰਤ ਹੋ ਗਿਆ ਮਾਤਾ ਸਾਹਿਬ ਕੌਰ ਜੀ ਦਾ। ਉਹਨਾਂ ਦੇ ਮਨ ਦੇ ਅੰਦਰ ਵੀ ਆਈ ਕਿ ਮੇਰਾ ਤਾਂ ਮਗਰੋਂ ਨਾਮ ਨਿਸ਼ਾਨ ਵੀ ਨਹੀਂ ਰਹਿਣਾ, ਇਹਨਾਂ ਦੇ ਤਾਂ ਨਾਮ ਨਿਸ਼ਾਨ ਰਹਿਣਗੇ ਕਿਉਂਕਿ ਇਹਨਾਂ ਦੇ ਲਾਲ ਨੇ। ਉਹ ਮਨ ਹੀ ਮਨ ਵਿੱਚ ਸੋਚਦੇ ਕਿ ਗੁਰੂ ਘਰ ਵਿੱਚੋਂ ਹਜ਼ਾਰਾਂ ਸੰਗਤਾਂ ਮਨੋਕਾਮਨਾ ਪੂਰੀਆਂ ਕਰਕੇ ਜਾਂਦੀਆਂ ਹਨ, ਜੇ ਮੈਂ ਵੀ ਪਤੀ ਪਰਮੇਸ਼ਰ ਅੱਗੇ ਮਨ ਦੀ ਇੱਛਾ ਪ੍ਰਗਟ ਕਰਾਂ ਤਾਂ ਉਹ ਮੇਰੀ ਗੋਦ ਵੀ ਹਰੀ ਭਰੀ ਕਰ ਦੇਣਗੇ। ਪਰ ਫਿਰ ਆਪਣੇ ਆਪ ਨੂੰ ਕੁਆਰੇ ਡੋਲੇ ਰੂਪ ਵਿੱਚ ਦੇਖ ਕੇ ਪਤੀ ਪਰਮੇਸ਼ਰ ਦੇ ਬ੍ਰਹਮਚਰਜ ਦੇ ਪ੍ਰਣ ਨੂੰ ਚੇਤੇ ਕਰਕੇ ਚੁੱਪ ਵੱਟ ਜਾਂਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਮੇਂ-ਸਮੇਂ ਮਾਤਾ ਸਾਹਿਬ ਕੌਰ ਨੂੰ ਦਰਸ਼ਨ ਦੇਣ ਮਹਿਲੀ ਆ ਜਾਇਆ ਕਰਦੇ ਸਨ। ਮਾਤਾ ਜੀ ਨੇ ਗੁਰੂ ਜੀ ਦੇ ਬਿਰਾਜਣ ਲਈ ਇੱਕ ਪਲੰਘ ਸਜਾ ਕੇ ਰੱਖਿਆ ਹੋਇਆ ਸੀ। ਸਤਿਗੁਰੂ ਜੀ ਜਦੋਂ ਵੀ ਉਹਨਾਂ ਨੂੰ ਦਰਸ਼ਨ ਦੇਣ ਜਾਂਦੇ, ਉਹ ਪਲੰਘ ਤੇ ਬੈਠ ਕੇ ਬਚਨ ਵਿਲਾਸ ਕਰਦੇ ਰਹਿੰਦੇ ਅਤੇ ਆਪਣੇ ਮਹਿਲ ਮਾਤਾ ਸਾਹਿਬ ਕੌਰ ਦੇ ਸ਼ੰਕੇ ਨਿਵਰਤ ਕਰਦੇ ਰਹਿੰਦੇ। ਇੱਕ ਦਿਨ ਗੁਰੂ ਮਹਾਰਾਜ ਜੀ ਮਹਿਲੀ ਆ ਕੇ ਜਦੋਂ ਪਲੰਘ ਉੱਤੇ ਬਿਰਾਜਮਾਨ ਹੋਏ ਤਾਂ ਉਹਨਾਂ ਦੇ ਚਰਨਾਂ ਕੋਲ ਬੈਠ ਕੇ ਮਾਤਾ ਸਾਹਿਬ ਕੌਰ ਜੀ ਸੁਭਾਵਿਕ ਹੀ ਉਸ ਦੁੱਖ ਨੂੰ ਲੈ ਕੇ ਨੇਤਰਾਂ 'ਚੋਂ ਜਲ ਆ ਗਿਆ। ਸਤਿਗੁਰੂ ਮਹਾਰਾਜ ਨੇ ਦਿਲਾਸਾ ਦੇ ਕੇ ਪੁੱਛਿਆ, ਕੀ ਕਾਰਨ ਹੈ, ਕੀ ਗੱਲ ਹੈ, ਖੁੱਲ੍ਹ ਕੇ ਦੱਸੋ, ਰੋਣ ਦੀ ਲੋੜ ਨਹੀਂ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ 5ਵੀਂ ਅੰਸੂਜ 1 'ਚ ਲਿਖਿਆ, ਇਹੀ ਨੇਮ ਕਰ ਸਮਾਂ ਬਿਤਾਇਓ, ਇੱਕ ਦਿਨ ਸ੍ਰੀ ਪ੍ਰਭ ਦਰਸ ਦਿਖਾਇਓ, ਹਾਥ ਜੋੜ ਕਰ ਮਸਤਕ ਟੇਕਾ, ਕਿਆ ਮਨਸਾ ਹੈ ਜਲਦ ਬਿਬੇਕਾ, ਕੀ ਇੱਛਾ ਹੈ। ਮਾਤਾ ਜੀ ਨੇ ਸਿਰ ਝੁਕਾ ਕੇ ਕਿਹਾ ਕਿ ਆਪ ਨੇ ਬ੍ਰਹਮਚਰਜ ਧਾਰਨ ਕਰਕੇ ਮੈਨੂੰ ਕੁਆਰਾ ਡੋਲਾ ਕਰਕੇ ਰੱਖਿਆ, ਪਰ ਮੇਰੇ ਨਾਲ ਆਨੰਦ ਪੜਾਇਆ। ਇਸਤਰੀ ਜਾਮਾ ਹੋਣ ਕਰਕੇ ਮੈਂ ਸੋਚਦੀ ਹਾਂ ਕਿ ਮੇਰੀਆਂ ਭੈਣਾਂ ਦੀਆਂ ਗੋਦਾਂ ਹਰੀਆਂ ਭਰੀਆਂ ਨੇ ਅਤੇ ਮੈਂ ਨਿਪੁੱਤੀ ਹਾਂ। ਮੇਰੀ ਰੀਝ ਹੈ ਕਿ ਜੇਕਰ ਆਪ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਤਾਂ ਜੋ ਮੈਂ ਵੀ ਪੁੱਤਰ ਦੀ ਸੂਰਤ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਸਕਾਂ ਤੇ ਉਸ ਦੀ ਪਾਲਣਾ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਸਕਾਂ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਮਾਤਾ ਸਾਹਿਬ ਕੌਰ ਦੀ ਜੋੜੀ ਇਸ ਪ੍ਰਕਾਰ ਵੀ
ਵਰਣਨ ਕੀਤੀ ਹੈ। ਨਮਰ ਸਰਲਾਜ ਤਾਰੇ ਕਰ ਨੈਣ, ਕਹਿੰਦੇ ਸ਼ਰਮ ਨਾਲ ਅੱਖਾਂ ਭਰ ਕੇ ਝੁਕਾ ਕੇ ਬੇਨਤੀ ਸਹਿਤ ਕਰਤ ਮੁਖ ਬੈਨ। ਬੇਨਤੀ ਭਰੇ ਲਹਿਜੇ ਵਿੱਚ ਬਚਨ ਕੀਤਾ, ਪ੍ਰਭ ਜੀ ਇੱਕ ਸੁਤ ਕੀ ਅਬਿਲਹਖੇ। ਇਹ ਸੱਚੇ ਪਾਤਸ਼ਾਹ, ਹੋਰ ਤਾਂ ਕੋਈ ਨਹੀਂ, ਇਸਤਰੀ ਜਾਮਾ ਹੋਣ ਕਰਕੇ ਇੱਕ ਪੁੱਤਰ ਤਾਂ ਹੋਣਾ ਹੀ ਚਾਹੀਦਾ ਨਾ। ਅਪਰ ਬਾਸ ਨਾ ਕੋਏ ਨਾ ਰਾਖੈ, ਹੋਰ ਮੇਰੀ ਕੋਈ ਇੱਛਾ ਨਹੀਂ ਹੈ, ਬਸ ਕਿਰਪਾ ਆਪ ਦੀ ਤੇ ਮੈਂ ਪਾऊं, ਇਸਤਰੀ ਜਨਮ ਆਪਣਾ ਸਫਲਾऊं। ਜਥਾ ਆਹੇ ਮਮ ਸਪਤਨ ਕੇਰੇ, ਚਾਹੋ ਤਥਾ ਮਨ ਆਪਣੇ ਹੇਰੇ। ਵੀ ਜਿਵੇਂ ਦੂਜਿਆਂ ਕੋਲ ਨੇ ਪੁੱਤਰ ਬਖਸ਼ੇ ਨੇ, ਮੇਰੇ ਤੇ ਵੀ ਕਿਰਪਾ ਕਰੋ। ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਜੀ ਇਹ ਬੇਨਤੀ ਸੁਣ ਕੇ ਹੱਸ ਪਏ ਅਤੇ ਕਿਹਾ, ਭਲੀਏ ਲੋਕੇ, ਇੱਕ ਸੰਸਾਰਕ ਕੱਚੀ ਤੰਦ ਲਈ ਪ੍ਰਾਣ ਨਹੀਂ ਤੋੜਿਆ ਜਾ ਸਕਦਾ। ਜੇਕਰ ਧਰਮ ਰੱਖਿਅਕ ਹੀ ਧਰਮ ਤੋਂ ਫਿਰ ਜਾਣ ਤਾਂ ਸੰਸਾਰ ਦਾ ਕੀ ਬਣੇਗਾ? ਪਰ ਤੇਰੀ ਇੱਛਾ ਵੀ ਟਾਲੀ ਨਹੀਂ ਜਾਂਦੀ, ਇਸ ਲਈ ਮੈਂ ਆਪਣਾ ਧਰਮ ਪੁੱਤਰ ਖਾਲਸਾ ਪੰਥ ਤੇਰੀ ਝੋਲੀ ਵਿੱਚ ਪਾਉਂਦਾ ਹਾਂ, ਜੋ ਸਦਾ ਅਮਰ ਰਹੇਗਾ ਅਤੇ ਉਸ ਨਾਲ ਤੇਰਾ ਨਾਂ ਵੀ ਅਟਲ ਰਹੇਗਾ। ਸੁਨ ਕਰ ਸ੍ਰੀ ਮੁਖ ਤੇ ਫੁਰਮਾਇਓ, ਭਲੋ ਮਨੋਰਥ ਹਿਰਦੈ ਉਠਾਇਓ। ਕਰਾ ਮਨੋਰਥ ਇੱਕ ਸੁਤ ਤੇਰਾ, ਕਰਾ ਮਨੋਰਥ ਇੱਕ ਸੁਤ ਕੇਰਾ, ਪੁੱਤਰ ਖਾਲਸਾ ਹੋਇਓ ਤੇਰਾ। ਕਹਿੰਦੇ ਇੱਕ ਪੁੱਤ ਨੂੰ ਕਹਿੰਦੀ ਆ, ਸਾਰਾ ਹੀ ਖਾਲਸਾ ਤੇਰਾ ਪੁੱਤ ਹੈ। ਭਾਵੇਂ ਕਰੋੜਾਂ ਹੋ ਜਾਣ, ਭਾਵੇਂ ਅਰਬਾਂ ਹੋ ਜਾਣ, ਕਹਿਲਾਏਂਗੀ ਖਾਲਸੇ ਦੀ ਮਾਤਾ। ਧੰਨ ਮਾਤਾ ਸਾਹਿਬ ਕੌਰ, ਐਡਾ ਵੱਡਾ, ਐਡੀ ਬਖਸ਼ਿਸ਼ ਹੋਣੀ, ਖਾਲਸੇ ਦੀ ਮਾਤਾ ਦਾ ਸਤਿਕਾਰ ਹੋਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ। ਲੱਖੋਂ ਕੀ ਗਿਣਤੀ ਨਾ ਆਵੈ, ਜਗ ਥਿਰ ਨਿਤ ਜਨਮ ਸੋ ਪਾਵੈ। ਸਕਲ ਸਿੰਘ ਆਪਣੇ ਪੁੱਤ ਜਾਨੋ, ਸੋ ਜਮ ਪ੍ਰਤਾਪ ਵਧਾਏ ਮਹਾਨੋ। ਸੋ ਇਸ ਕਰਕੇ ਸੰਸਾਰ ਦੇ ਉੱਤੇ ਸੁਜਸ ਪ੍ਰਤਾਪ ਵਧਾਏ ਮਹਾਨੋ, ਬਹੁਤ ਪ੍ਰਤਾਪ ਵਧੇਗਾ। ਪੁੱਤਰ ਖਾਲਸਾ ਤੇਰੇ ਭਇਓ, ਗੋਦ ਪਾਏ ਹਮ ਤੋਹ ਕੋ ਦਇਓ। ਗੁਰਬਿਲਾਸ ਵਿੱਚ ਵੀ ਇਹੀ ਬਚਨ ਲਿਖਿਆ, ਕਬਹੂ ਕੋ ਕਰੀ ਕਿਰਪਾ ਕਰ ਗੁਰਬਰ, ਕਰ ਕਿਮ ਖਿਨ ਚਿਤ ਤੇਰੇ ਘਰ। ਤਿਨ ਕਹੀ ਤੀਨ ਤਨ ਮੇਰਾ, ਚਾਹਤ ਏਕ ਪੁੱਤਰ ਮੁਖ ਹੇਰਾ। ਸਤਿਗੁਰ ਕਹੀ ਸਿੱਖ ਜਗ ਜੇਤੇ, ਸਭ ਸਪੂਤ ਗੋਦ ਮੇ ਤੇਤੇ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਇਹ ਗੱਲ 500 ਸਾਖੀ ਵਿੱਚ ਵੀ ਲਿਖੀ ਹੈ ਕਿ ਦਸ਼ਮੇਸ਼ ਸਾਹਿਬ ਜੀ ਮਹਾਰਾਜ ਦੇ ਤੀਸਰੇ ਮਹਿਲ ਮਾਤਾ ਸਾਹਿਬ ਕੌਰ ਜੀ ਮਾਪਿਆਂ ਦੇ ਕੀਤੇ ਹੋਏ ਪਰਨ ਕਰਕੇ ਆਏ ਸਨ, ਪਰ ਉਹਨਾਂ ਨੂੰ ਸਤਿਗੁਰਾਂ ਨੇ ਕੁਆਰੇ ਰਹਿਣ ਦਾ ਪਰਨ ਲੈ ਕੇ ਮਹਿਲੀ ਵਾਸ ਦਿੱਤਾ ਸੀ ਤੇ ਉਹ ਸਾਈਂ ਸਿਮਰਨ ਵਿੱਚ ਯੋਗੀ ਰਾਜ ਖਾਲਸੇ ਦੀ ਮਾਤਾ ਹੋਏ ਨੇ। ਗੁਰਬਖਸ਼ ਸਿੰਘ ਪ੍ਰੀਤਲੜੀ ਲੇਖ ਦਸ਼ਮੇਸ਼ ਜੀਵਨ ਦੇ ਪੰਨਾ 66 ਤੇ ਲਿਖਦੇ ਕਿ ਗੁਰੂ ਸਾਹਿਬ ਜੀ ਦੀ ਤੀਸਰੇ ਮਹਿਲ ਮਾਤਾ ਸਾਹਿਬ ਕੌਰ ਸੰਬੰਧੀ ਇਹੀ ਆਖਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਥ ਦੀ ਮਾਤਾ ਥਾਪਿਆ। ਮਹਿਲਾਂ ਤੋਂ ਪਰਤ ਕੇ ਦਸ਼ਮੇਸ਼ ਪਿਤਾ ਜੀ ਨੇ ਸਜੇ ਹੋਏ ਦੀਵਾਨ ਵਿੱਚ ਸ੍ਰੀ ਅਨੰਦਪੁਰ ਸਾਹਿਬ ਸਮੂਹ ਸੰਗਤ ਵਿੱਚ ਐਲਾਨ ਕੀਤਾ ਆ ਕੇ ਉੱਚੀ ਆਵਾਜ਼ ਵਿੱਚ ਕਿ ਅੱਜ ਤੋਂ ਹਰੇਕ ਅੰਮ੍ਰਿਤਧਾਰੀ ਸਿੱਖ ਦੀ ਮਾਤਾ ਸਾਹਿਬ ਕੌਰ ਜੀ ਹੋਣਗੇ। ਪੰਥ ਉਹਨਾਂ ਦੀ ਗੋਦ ਵਿੱਚ ਪਾ ਦਿੱਤਾ। ਅੱਜ ਤੋਂ ਅਸੀਂ ਅੱਜ ਤੋਂ ਖੰਡੇ ਦਾ ਅੰਮ੍ਰਿਤ ਛਕ ਕੇ ਆਪਾ ਵਾਰਨ ਦਾ ਪਰਨ ਲੈਣ ਵਾਲੇ ਸਿੰਘਾਂ ਨੂੰ ਦੱਸਿਆ ਜਾਵੇ ਕਿ ਉਹਨਾਂ ਦੀ ਧਰਮ ਮਾਤਾ ਸਾਹਿਬ ਕੌਰ ਹੈ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸੰਗਤਾਂ ਨੇ ਜੈਕਾਰੇ ਗਜਾਏ ਅਤੇ ਅਰਦਾਸ ਕੀਤੀ ਕਿ ਜਦ ਤੱਕ ਖਾਲਸਾ ਕਾਇਮ ਰਹੇਗਾ ਉਸ ਨੂੰ ਆਪਣੀ ਧਰਮ ਮਾਤਾ ਦਾ ਪਿਆਰ ਤੇ ਅਸ਼ੀਰਵਾਦ ਰਹੇਗਾ। ਸੰਗਤ ਨੇ ਉੱਠ ਕੇ ਮਾਤਾ ਜੀ ਦੇ ਅੱਗੇ ਸੀਸ ਝੁਕਾਇਆ। ਗੁਰੂ ਸਾਹਿਬ ਦੇ ਇਸ ਹੁਕਮ ਸਦਕਾ ਅੱਜ ਤੱਕ ਪੰਜ ਪਿਆਰੇ ਜਦੋਂ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਰੂਪ ਬਖਸ਼ਦੇ ਨੇ, ਸਿੰਘ ਸਜਾਉਂਦੇ ਨੇ ਅਤੇ ਗੁਰਮਰਿਆਦਾ ਦੱਸਦੇ ਹਨ, ਤਾਂ ਨਾਲ ਇਹ ਵੀ ਕਹਿੰਦੇ ਕਿ ਅੱਜ ਤੋਂ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਹਨ ਤੇ ਉਹਨਾਂ ਦਾ ਜਨਮ ਆਨੰਦਪੁਰ ਸਾਹਿਬ ਦਾ ਹੈ। ਇਹ ਵੀ ਨਾਲ ਧਿਆਨ ਰੱਖਣਾ ਕਿ ਜਦੋਂ ਵੀ ਕੋਈ ਅੰਮ੍ਰਿਤ ਧਾਰੀ ਕਿਤੇ ਵੀ ਅੰਮ੍ਰਿਤ ਛਕ ਕੇ ਪਹਿਲੀ ਵਾਰ ਜਾਂਦਾ ਤਖਤਾਂ ਤੇ,
ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ। 5 ਤਖਤਾਂ ਤੇ ਜਦੋਂ ਪਹਿਲੀ ਵਾਰ ਜਾਣਾ ਹੈ ਤਾਂ ਅੰਮ੍ਰਿਤ ਛਕਣ ਤੋਂ ਬਾਅਦ 5 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ ਹੈ ਤੇ 5 ਰੁਪਏ ਗੋਲਕ ਚ ਪਾਉਣੇ ਆ। ਇਹ ਮਰਿਆਦਾ ਹੈ, ਕਈਆਂ ਨੂੰ ਨਹੀਂ ਵੀ ਪਤਾ ਹੋਣਾ। ਫਿਰ ਜਦੋਂ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਤੇ ਜਾਣਾ, ਉਹ ਸਾਡੇ ਮਾਤਾ ਜੀ ਨੇ ਉੱਥੇ ਵੀ 5 ਰੁਪਏ ਪਾਉਣੇ ਗੋਲਕ ਚ ਤੇ 5 ਦੀ ਦੇਗ ਕਰਾਉਣੀ, ਘੱਟ ਤੋਂ ਘੱਟ ਇੰਨਾ। ਅੱਗੇ ਆਪ ਦੀ ਸ਼ਰਧਾ ਕਿੰਨੀ ਆਪ ਸੇਵਾ ਕਰਵਾਉਂਦੇ ਉੱਥੇ ਜਾ ਕੇ। ਸੋ ਇਸ ਕਰਕੇ ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਜੀਵਨ ਸ਼ਰਵਣ ਕਰ ਰਹੇ ਹਾਂ ਆਪਾਂ। ਖਾਲਸਾ ਪੰਥ ਨੂੰ ਨਾਦੀ ਪੁੱਤਰ ਵਜੋਂ ਗੋਦ ਵਿੱਚ ਪਾਉਣ ਤੋਂ ਬਾਅਦ ਮਾਤਾ ਸਾਹਿਬ ਕੌਰ ਦਾ ਸਿੱਖ ਸੰਗਤਾਂ ਵਿੱਚ ਮਾਣ ਤੇ ਸਤਿਕਾਰ ਬਹੁਤ ਵੱਧ ਗਿਆ। ਉਹ ਜਿੱਥੇ ਕਦਮ ਰੱਖਦੇ ਸਿੱਖ ਉੱਥੇ ਅੱਖਾਂ ਵਿਛਾ ਦਿੰਦੇ। ਮਾਤਾ ਜੀ ਵੀ ਸਿੱਖ ਬੱਚਿਆਂ, ਬੀਬੀਆਂ ਤੇ ਮਹਿਲਾਂ ਦੇ ਸੇਵਾਦਾਰਾਂ ਨਾਲ ਬਹੁਤ ਪਿਆਰ ਕਰਦੇ, ਕਿਉਂ ਖਾਲਸੇ ਨੂੰ ਮਾਂ ਮਿਲ ਗਈ। ਖਾਲਸੇ ਨੂੰ ਤਾਂ ਚਾਅ ਚੜ ਗਿਆ ਵੀ ਚਲੋ ਮਾਂ ਤੇ ਮਿਲੀ ਨਾ, ਪਿਤਾ ਤੇ ਮਿਲ ਹੀ ਗਿਆ ਸੀ। ਕਿੰਨੀ ਖੁਸ਼ੀ ਹੁੰਦੀ ਜੇ ਬੱਚੇ ਦੀ ਮਾਂ ਹੋਵੇ ਤਾਂ। ਖਾਲਸੇ ਦੀ ਮਾਂ ਕੋਲ ਨਿੱਕੀ ਨਿੱਕੀ ਗੱਲ, ਦੁੱਖ ਦਰਦ ਸਭ ਦੱਸ ਸਕਦੇ ਆ। ਔਰ ਮਾਤਾ ਜੀ ਬੜੇ ਦਿਆਲੂ ਕਿਰਪਾਲੂ ਨੇ। ਮਾਤਾ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਮਾਤਾ ਜੀ ਦੇ, ਬਹੁਤ ਪ੍ਰੇਮੀ ਮਿਲਦੇ ਨੇ ਹੁਣ ਵੀ। ਜੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਰਾਤ ਨੂੰ ਬਹਿ ਕੇ ਸਿਮਰਨ ਕਰਕੇ ਯਾਦ ਕਰੋ, 1 ਦਿਨ 2 ਦਿਨ ਹਫ਼ਤਾ 10 ਦਿਨ ਬੈਠੇ ਰਹੋ ਰਾਤ ਨੂੰ, ਮਾਤਾ ਜੀ ਆਪ ਆ ਕੇ ਸਿਰ ਤੇ ਹੱਥ ਰੱਖ ਕੇ ਜਾਂਦੇ, ਆਸ਼ੀਰਵਾਦ ਦਿੰਦੇ, ਬਹੁਤ ਪ੍ਰਸੰਨ ਹੁੰਦੇ। ਸਾਡੇ ਬੱਚੇ ਆਏ ਆ। ਲੰਗਰ ਦੇ ਵਿੱਚ ਗੁਪਤ ਰੂਪ ਵਿੱਚ ਮਾਤਾ ਜੀ ਲੰਗਰ ਵਰਤਾਉਂਦੇ ਨੇ, ਸੰਗਤਾਂ ਦੀ ਸੇਵਾ ਕਰਦੇ ਨੇ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰੂਹਾਨੀਅਤ ਦੀਆਂ ਨੇ, ਬਾਹਲੀਆਂ ਨਹੀਂ ਦੱਸੀਆਂ ਜਾ ਸਕਦੀਆਂ, ਕਿਉਂਕਿ ਸਾਰੇ ਟਕਸਾਲ ਦੇ ਮਹਾਂਪੁਰਖ ਤਾਂ ਰਾਤ ਨੂੰ ਜ਼ਰੂਰ ਇੱਕ ਰਾਤ ਉੱਥੇ ਕੱਟ ਕੇ ਆਉਂਦੇ ਸੀ। ਮਾਤਾ ਜੀ ਦੀ ਬੜੀ ਕਿਰਪਾ ਹੁੰਦੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਸਾਨੂੰ ਕਿਹਾ ਸੀ 1975 ਚ, ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਉੱਥੇ 151 ਜਪਜੀ ਸਾਹਿਬ ਕਰਨ ਲਈ ਰਹੇ, ਦਾਸ ਵੀ ਸਾਰੇ 8-9 ਜਾਣੇ ਰਹੇ। ਸੰਤਾਂ ਨੇ ਕਿਹਾ ਸੀ ਭਾਈ ਇੱਕ ਰਾਤ ਮਾਤਾ ਸਾਹਿਬ ਕੌਰ ਦੇ ਵੀ ਜਾ ਕੇ ਰਾਤ ਰਹੋ, ਸਾਰੀ ਰਾਤ ਜਾਗਦੇ ਰਹੋ, ਮਾਤਾ ਜੀ ਕਿਰਪਾ ਕਰਦੇ, ਦਰਸ਼ਨ ਦਿੰਦੇ ਹੁੰਦੇ ਆ। ਮਹਾਂਪੁਰਖ ਜਾਣ ਕੇ ਹੱਸਣ ਲੱਗ ਪਏ। ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਮਹਾਰਾਜ ਤੁਹਾਨੂੰ ਵੀ ਹੋਏ ਹੋਣੇ ਆ। ਕਹਿੰਦੇ ਉਹ ਨਹੀਂ ਮੈਂ ਤਾਂ ਵੈਸੇ ਦੱਸਿਆ ਤੁਹਾਨੂੰ, ਪਰ ਹੋਏ ਸੀ। ਉਹਨਾਂ ਤੇ ਵੀ ਬੜੀ ਕਿਰਪਾ ਕੀਤੀ ਸੀ ਮਾਤਾ ਜੀ ਨੇ, ਕਿਉਂ ਜਦੋਂ ਮਾਂ ਨਾਲ ਪਿਆਰ ਆ ਸਾਡਾ। ਜਦੋਂ ਵੀ ਕੋਈ ਯਾਦ ਕਰਦਾ ਮਾਤਾ ਜੀ ਨੂੰ, ਜਿਵੇਂ ਸ੍ਰੀ ਅਨੰਦਪੁਰ ਸਾਹਿਬ ਗੁਰੂ ਕਾ ਬਾਗ ਬੁੱਢਾ ਦਲ ਦੇ ਵਿੱਚ ਇੱਕ ਸਿੰਘ ਸੀਗੇ, ਗ੍ਰੰਥੀ, ਬਹੁਤ ਪੁਰਾਣੀ ਗੱਲ ਹੈ ਇਹ। ਉਹ ਕਹਿੰਦੇ ਮੈਂ ਰੋਜ਼ ਜਦੋਂ ਪ੍ਰਕਾਸ਼ ਕਰਨਾ 1 ਵਜੇ ਤਾਂ ਜ਼ਰੂਰ ਅਰਦਾਸ ਕਰਨੀ, ਮਾਤਾ ਜੀ ਮੈਨੂੰ ਦਰਸ਼ਨ ਦਿਓ, ਮਾਤਾ ਜੀ ਮੈਨੂੰ ਦਰਸ਼ਨ ਦਿਓ। ਕਹਿੰਦੇ ਇੱਕ ਦਿਨ ਮੈਂ ਸਵੇਰੇ ਪ੍ਰਕਾਸ਼ ਕਰਕੇ, ਕੋਈ ਨਾ ਸੀ ਗੁਰਦੁਆਰੇ ਸਾਹਿਬ 'ਚ, 1:15 ਵਜਿਆ ਨਿਤਨੇਮ ਉਦੋਂ ਕਰਕੇ, ਜਦੋਂ ਮੈਂ ਉੱਠ ਕੇ ਅਰਦਾਸ ਕਰਕੇ ਚੌਰ ਕਰ ਰਿਹਾ ਸੀ, ਕਹਿੰਦੇ ਮਾਤਾ ਜੀ ਆ ਗਏ। ਇੱਕ ਮਾਤਾ ਜੀ ਨਾਲ 5 ਸ਼ਹੀਦ ਸਿੰਘ, ਬਹੁਤ ਲੰਬਾ ਸੁੰਦਰ ਕੱਦ, ਸਿਰ ਤੇ ਦਸਤਾਰ ਸਜਾਈ ਹੋਈ, ਚੱਕਰ ਪਾਏ ਹੋਏ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਾਤਾ ਜੀ ਨੇ ਉਸ ਸਿੰਘ ਨੂੰ ਕਿਹਾ ਬਾਬਾ ਜੀ ਦਰਸ਼ਨ ਹੋ ਗਏ? ਕਹਿੰਦੇ ਹਾਂ ਜੀ। ਮਾਤਾ ਜੀ ਬੜੀ ਕਿਰਪਾ ਕੀਤੀ। ਕਹਿੰਦੇ ਖੁਸ਼ ਹੋ? ਕਹਿੰਦੇ ਹਾਂ ਜੀ। ਕਹਿੰਦੇ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਫਿਰ ਚਲੇ ਗਏ। ਮਾਤਾ ਜੀ ਨੇ ਬਚਨ ਕਈ ਵਾਰ ਕੀਤਾ, ਕਹਿੰਦੇ ਅਸੀਂ ਜਥੇ 'ਚ ਹੀ ਰਹਿੰਦੇ ਹਾਂ ਤਿੰਨੇ ਮਾਤਾਵਾਂ, ਤੁਸੀਂ ਐਂ ਨਾ ਕਰਿਆ ਕਰੋ ਵੀ ਅਸੀਂ ਤੁਹਾਡੇ ਨਾਲ ਨਹੀਂ ਹਾਂ। ਕਲਗੀਧਰ ਮਹਾਰਾਜ, ਗੁਰੂ ਨਾਨਕ ਦੇਵ ਜੀ, ਮਾਤਾਵਾਂ ਸਾਡੇ ਅੰਗ ਸੰਗ ਨੇ, ਸ਼ਰਧਾ ਰੱਖਿਆ ਕਰੋ। ਜਦੋਂ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਜਾਂ ਕੁਝ ਪ੍ਰਾਪਤ ਕਰਨਾ ਹੁੰਦਾ ਤਾਂ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਤਾ ਗੁਰਜੀਤ ਕੌਰ ਕੋਲ ਜਾਂ ਫਿਰ ਇਹਨਾਂ ਦੇ ਮਾਤਾ ਸਾਹਿਬ ਕੌਰ ਜੀ ਕੋਲ ਆਉਂਦੇ ਕਿ ਮਾਤਾ ਜੀ ਤੁਸੀਂ ਕਿਰਪਾ ਕਰਕੇ ਕਰਵਾ ਦਿਓ, ਬਖਸ਼ਿਸ਼ ਕਰਾ ਦਿਓ ਜੀ। ਇੱਕ ਦਿਨ ਗੁਰੂ ਜੀ ਮਹਿਲ ਵਿੱਚ ਉਹਨਾਂ ਨੂੰ ਦਰਸ਼ਨ ਦੇਣ ਆਏ ਤਾਂ ਇੱਕ ਮਸੰਦ ਸੁੰਦਰਮਲ ਅਤੇ ਉਹਦਾ ਪਰਿਵਾਰ ਮਾਤਾ ਜੀ ਕੋਲ ਬੈਠਾ ਜੋਦਰੀਆਂ ਕਰ ਰਿਹਾ ਸੀ ਕਿ ਗੁਰੂ ਜੀ ਕੋਲ ਸਿਫਾਰਿਸ਼ ਕਰਕੇ ਉਹਨਾਂ ਦੀ ਭੁੱਲ ਬਖਸ਼ਾ ਦਿਓ ਤੇ ਅੱਗੇ ਨੂੰ ਸੇਵਾ ਕਰਨ ਦਾ ਅਵਸਰ ਬਖਸ਼ੋ, ਕਿਉਂਕਿ ਮਹਾਰਾਜ ਨੇ ਮਸੰਦ ਪ੍ਰਥਾ ਖਤਮ ਕਰਤੀ ਸੀ, ਮਸੰਦ ਸਾੜ ਵੀ ਦਿੱਤੇ ਸੀ ਕਾਫੀ। ਗੁਰੂ ਸਾਹਿਬ ਨੇ ਸਾਰੀ ਗੱਲ ਸੁਣ ਕੇ ਮਾਤਾ ਸਾਹਿਬ ਕੌਰ ਨੂੰ ਮਸੰਦਾਂ ਵੱਲੋਂ ਕਾਰ ਭੇਟਾ ਗਰਾਉਣ ਦੇ ਬਹਾਨੇ ਸਿੱਖਾਂ ਉੱਤੇ ਕੀਤੇ ਅਤਿਆਚਾਰਾਂ ਦੀ ਕਹਾਣੀ ਸੁਣਾਈ ਤੇ ਦੱਸਿਆ ਕਿ ਮਾੜੇ ਕੁਰੈਤੀਏ ਅਤੇ ਸਿੱਖਾਂ ਨੂੰ ਤੰਗ ਕਰਨ ਵਾਲੇ 108 ਮਸੰਦ ਜਿਉਂਦੇ ਸਾੜ ਕੇ ਖਤਮ ਕਰਤੇ ਨੇ। ਅੱਗੇ ਨੂੰ ਗੁਰੂ ਘਰ ਵਿੱਚ ਕਿਸੇ ਮਸੰਦ ਨੂੰ ਮਸੰਦਗੀ ਦੀ ਸੇਵਾ ਨਹੀਂ ਸੌਂਪੀ ਜਾ ਸਕਦੀ। ਇਹ ਢੰਗ ਜੋ ਢੌਂਗ ਸਾਬਤ ਹੋਇਆ ਅੱਗੇ ਤੋਂ ਖਤਮ ਕਰ ਦਿੱਤਾ ਹੈ।
ਸਤਿਗੁਰੂ ਜੀ ਨੇ ਮਾਤਾ ਸਾਹਿਬ ਕੌਰ ਨੂੰ ਵੀ ਹਦਾਇਤ ਕੀਤੀ ਕਿ ਅੱਗੇ ਤੋਂ ਮਸੰਦਾਂ ਨਾਲ ਨਾ ਵਰਤਣ, ਕਿਉਂਕਿ ਇਹ ਲੋਭੀ ਤੇ ਮਾਇਆਧਾਰੀ ਸ਼੍ਰੇਣੀ ਹੈ। ਮਹਾਨ ਕੋਸ਼ ਵਿੱਚ ਵੀ ਆਇਆ ਬਚਨ, ਤਾਜ ਮਸੰਦ ਪ੍ਰਭ ਏਕ ਜਪ ਯਹ ਬਬੇਕ ਤਹਿ ਕੀਨ। 33ਵੀਂ ਪਾਤਸ਼ਾਹੀ 10ਵੀਂ ਵਿੱਚ ਵੀ ਲਿਖਿਆ, ਜੋ ਕਰ ਸੇਵ ਮਸੰਦਨ ਕੀ ਮਹਿ ਆਨ ਪ੍ਰਸਾਦ ਸਭੈ ਮੋਹਿ ਦੀਜੈ। ਮਸੰਦ ਤਾਂ ਇਹੀ ਕਹਿੰਦੇ ਵੀ ਸਾਰਾ ਕੁਝ ਮੈਨੂੰ ਹੀ ਦਿਓ, ਹੋਰ ਕਿਤੇ ਜਾਓ ਹੀ ਨਾ। ਆਪ ਜੀ ਨੇ ਕਿਹਾ, ਜਿਹੜੇ ਮਸੰਦ ਪੰਜ ਪਿਆਰਿਆਂ ਤੋਂ ਮਾਫੀ ਮੰਗ ਕੇ ਅਤੇ ਅੰਮ੍ਰਿਤ ਛਕ ਕੇ ਪੰਥ ਸੇਵਾ ਵਿੱਚ ਲੱਗਣਗੇ, ਉਹ ਆਪੇ ਬਖਸ਼ੇ ਜਾਣਗੇ। ਮਹਾਰਾਜ ਨੇ ਐਵੇਂ ਬਚਨ ਕੀਤਾ। ਮਹਿਲ ਪ੍ਰਵੇਸ਼ ਤੋਂ ਬਾਅਦ ਮਾਤਾ ਜੀ ਧੀਰਜ ਅਤੇ ਸ਼ਾਂਤੀ ਨਾਲ ਰਹਿੰਦੇ ਅਤੇ ਆਪਣੀ ਸੱਸ ਮਾਤਾ ਗੁਰਜੀਤ ਕੌਰ ਤੇ ਭੈਣ ਮਾਤਾ ਸੁੰਦਰ ਕੌਰ ਨਾਲ ਸੁਚੱਜਾ ਤੇ ਸਤਿਕਾਰ ਭਰਿਆ ਵਿਹਾਰ ਕਰਦੇ। ਵਧੇਰੇ ਸਮਾਂ ਸੰਕੋਚ ਨਾਲ ਹੀ ਬਿਤਾਉਂਦੇ। ਇਤਿਹਾਸ ਵਿੱਚ ਆਨੰਦ ਤੋਂ ਬਾਅਦ ਉਹਨਾਂ ਦਾ ਪੇਕੇ ਨਗਰ ਰੋਹਤਾਸ ਜਾਣ ਦਾ ਕੋਈ ਜ਼ਿਕਰ ਨਹੀਂ ਆਇਆ ਆਨੰਦ ਕਾਰਜਾਂ ਤੋਂ ਬਾਅਦ, ਪਰ ਉਹਨਾਂ ਦੇ ਮਾਤਾ ਪਿਤਾ ਤੇ ਸਾਕ ਸੰਬੰਧੀ ਕਈ ਵਾਰ ਪੋਠੋਹਾਰ ਦੀ ਸੰਗਤ ਨਾਲ ਆ ਕੇ ਉਹਨਾਂ ਨੂੰ ਮਿਲਦੇ ਜ਼ਰੂਰ ਰਹੇ ਨੇ ਬਾਅਦ ਦੇ ਵਿੱਚ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਬਹੁਤ ਪਿਆਰ ਕਰਦੇ ਸਨ। ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ਼ਨਾਨ ਕਰਾ ਕੇ ਬਸਤਰ ਸਜਾਉਣ ਦਾ ਕੰਮ ਉਹ ਆਪਣੇ ਹੱਥੀਂ ਕਰਦੇ ਸਨ। ਗੁਰਬਿਲਾਸ ਅਨੁਸਾਰ ਇੱਕ ਦਿਨ ਉਹਨਾਂ ਨੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਨੂੰ ਇਸ਼ਨਾਨ ਕਰਾ ਕੇ ਨੀਲੇ ਬਸਤਰ ਪਾਏ। ਸਾਹਿਬਜ਼ਾਦੇ ਸਾਹਿਬ ਨੇ ਉਸ ਸਮੇਂ ਦੋਹਰੀ ਦਸਤਾਰ ਤੇ ਉੱਚਾ ਦਮਾਲਾ ਸਜਾ ਕੇ ਉਸ ਵਿੱਚ 3 ਚੱਕਰ ਤੇ ਕਲਗੀ ਵਾਂਗ ਉੱਚਾ ਖੰਡਾ ਬੰਨ੍ਹ ਕੇ ਗਾਤਰੇ ਵਾਲੀ ਕਿਰਪਾਨ ਪਹਿਨ ਕੇ ਸੱਜੇ ਹੱਥ ਵਿੱਚ ਖੰਡਾ ਅਤੇ ਖੱਬੇ ਵਿੱਚ ਤੀਰ ਪਕੜ ਕੇ ਬਾਹਰ ਆਏ। ਮਾਤਾ ਸਾਹਿਬ ਕੌਰ ਤੇ ਮਾਤਾ ਗੁਰਜੀਤ ਕੌਰ ਨੇ ਮੱਥਾ ਚੁੰਮ ਕੇ ਪਿਆਰ ਕੀਤਾ ਤੇ ਅਸੀਸਾਂ ਦਿੱਤੀਆਂ ਅਤੇ ਉਹਨਾਂ ਨੂੰ ਵੀਰਾਂ ਸਮੇਤ ਦਰਬਾਰ ਵਿੱਚ ਭੇਜਿਆ। ਉਸੇ ਰੂਪ ਵਿੱਚ ਸਜੇ ਹੋਏ ਕੰਵਰ ਫਤਿਹ ਸਿੰਘ ਜੀ ਗੁਰੂ ਦਰਬਾਰ ਵਿੱਚ ਪਹੁੰਚੇ। ਬਾਬਾ ਫਤਿਹ ਸਿੰਘ ਜੀ, ਕੰਵਰ ਤਾਂ ਲਿਖਿਆ ਕਿ ਕਿਉਂ ਸਾਹਿਬਜ਼ਾਦੇ ਨੇ, ਦਰਬਾਰ ਸਾਹਿਬ ਵਿੱਚ ਪਹੁੰਚੇ। ਜਿਹੜਾ ਬੀਬੀਆਂ ਨੂੰ ਨਾਲ ਕੌਰ ਅੱਖਰ ਲਾਇਆ, ਕੰਵਰ ਦਾ ਹੀ ਭਾਵ ਹੈ। ਛੋਟਾ ਸਾਹਿਬਜ਼ਾਦਾ 10ਵੇਂ ਪਾਤਸ਼ਾਹ ਦੇ ਵੱਡੇ ਜਿਹੜੇ ਨੇ ਉਹ ਸਿੰਘ ਅੱਖਰ ਦਿੱਤਾ ਟਿੱਕਾ ਸਾਹਿਬ ਨੂੰ। ਟਿੱਕਾ ਰਾਜੇ ਦੇ ਵੱਡੇ ਪੁੱਤਰ ਨੂੰ ਕਹਿੰਦੇ ਆ। ਛੋਟਾ ਪੁੱਤਰ ਕੰਵਰ ਸਾਹਿਬ, ਕੌਰ ਸਾਹਿਬ, ਕੌਰ ਅੱਖਰ ਹੁੰਦਾ। ਇਸੇ ਕਰਕੇ ਲਿਖਿਆ ਕਿ ਉਸੇ ਰੂਪ ਵਿੱਚ ਸਜੇ ਹੋਏ ਕੰਵਰ ਫਤਿਹ ਸਿੰਘ ਜੀ ਗੁਰੂ ਦਰਬਾਰ ਵਿੱਚ ਪਹੁੰਚੇ ਅਤੇ ਬੜੀ ਗੱਜ ਵੱਜ ਕੇ ਫਤਿਹ ਬੁਲਾਈ। ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਦਸ਼ਮੇਸ਼ ਪਿਤਾ ਨੇ ਉਹ ਸੁਹਾਵਣੇ ਅਤੇ ਸੁੰਦਰ ਸੂਰਬੀਰਤਾ ਦੇ ਰੂਪ ਨੂੰ ਤੱਕ ਕੇ ਸੁਭਾਵਕ ਕਿਹਾ, ਇਸ ਬਾਣੇ ਦਾ ਇੱਕ ਨਿਹੰਗ ਪੰਥ ਹੋਵੇਗਾ ਜੋ ਮਰਨ ਦੀ ਸ਼ੰਕਾ ਤਿਆਗ ਕੇ ਸੰਸਾਰ ਤੋਂ ਨਿਰਲੇਪ ਹਰ ਸਮੇਂ ਕੁਰਬਾਨੀ ਲਈ ਤਿਆਰ ਰਹੇਗਾ। ਗੁਰੂ ਸਾਹਿਬ ਦੀਆਂ ਫੌਜਾਂ ਜਦੋਂ ਚੱਲਦੀਆਂ ਸਨ ਤਾਂ ਸਭ ਤੋਂ ਅੱਗੇ ਇਸ ਬਾਣੇ ਵਿੱਚ ਨਿਹੰਗ ਸਿੰਘ ਚੱਲਦੇ, ਜਿਨ੍ਹਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿੰਦੇ ਨੇ। ਨਿਰਮਲ ਪੰਥ ਦੇ ਰਤਨ ਲਾਹੌਰ ਨਿਵਾਸੀ ਕਵੀ ਨਿਹਾਲ ਸਿੰਘ ਨੇ ਆਪਣੀ ਪੁਸਤਕ ਅਕਾਲ ਨਾਟਕ ਵਿੱਚ ਨਿਹੰਗਾਂ ਸਿੰਘਾਂ ਬਾਬਤ ਦਸ਼ਮੇਸ਼ ਦਾ ਫਰਮਾਨ ਬ੍ਰਿਜ ਭਾਸ਼ੀ ਕਵਿਤਾ ਵਿੱਚ ਇਸ ਤਰ੍ਹਾਂ ਲਿਖਿਆ ਹੈ, ਧੰਮ ਕੇ ਧੁਰੰਦਰ ਉਦਾਰਤਾ ਕੇ ਧਾਰਾ ਧਾਰ। ਧਰਮ ਦੇ ਧੁਰੰਦਰ ਨੇ ਇਹ, ਉਦਾਰਤਾ ਦੇ ਧਾਰਾ ਧਾਰ, ਭਰਪੂਰ ਉਦਾਰਤਾ ਵਿੱਚ। ਭੋਲੇ ਭਾਲ ਪ੍ਰਾਜ ਤੇ ਝਕੋਲ ਪ੍ਰੇਮ ਰੰਗ ਮੇ, ਸਭ ਲੋਹ ਪਿਆਰੇ ਅੰਬ ਖੰਭ ਲੋ ਨਾ ਦਈ ਬੰਦ। ਕਹਿੰਦੇ ਸਰਬ ਲੋਹ ਨੂੰ ਪਿਆਰ ਕਰਨ ਵਾਲੇ ਤੇ ਕਿਸੇ ਦੇ ਅੱਗੇ ਨਹੀਂ ਝੁਕਣ ਵਾਲੇ ਸਾਡੇ ਖਾਲਸੇ। ਸੋ ਇਸ ਪ੍ਰਕਾਰ ਮਹਾਨ ਕੋਸ਼ ਦੇ ਵਿੱਚ ਜਿਵੇਂ ਬਚਨਾ ਇਹ ਲਿਖਿਆ ਹੋਇਆ, ਨੇਕ ਹੂੰ ਨਾ ਗੱਬੰ ਪੁਨੰ ਪੱਬੰ ਯਾ ਕੇ ਸੰਗ ਮੇ, ਸਾਜ ਕੇ ਸੂਬਾ ਨੌ ਸੂਰ ਗਾਜ ਕੇ ਮਰਗੇਂਦ ਭੂਰ, ਭਾਜ ਕੇ ਮਨੀਮ ਕੋ ਬਿਦਾਰੇ ਜੋ ਰਜੰਗ ਮੇ, ਮੋਦ ਕੇ ਤਨੰਗ ਮੇ ਉਮੰਗ ਕੇ ਉਤੰਗ ਪੰਥ, ਲੋਕ ਚੰਗ ਕਹਿਬੇ ਕੋ ਸੁਕੀਨੀ ਨਿਹੰਗ ਮੇ। ਇਸ ਪ੍ਰਕਾਰ ਕਹਿੰਦੇ ਨੇ ਬਚਨ ਵੀ ਨਿਹੰਗ ਸਜਾਏ, ਸਤਿਗੁਰੂ ਮਹਾਰਾਜ ਨੇ ਫੌਜਾਂ ਸਜਾਈਆਂ। ਇਸ ਤਰ੍ਹਾਂ ਗੁਰੂ ਸਾਹਿਬ ਵਧੇਰੇ ਸਮਾਂ ਨਵੀਆਂ ਆਉਣ ਵਾਲੀਆਂ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਉਣ ਅਤੇ ਖਾਲਸਾ ਫੌਜਾਂ ਨੂੰ ਸ਼ਸਤਰ ਸਿਖਲਾਈ ਕਰਾ ਕੇ ਤਿਆਰ ਪ੍ਰਤਿਆਰ ਕਰਨ ਤੇ ਲੱਗੇ ਰਹਿੰਦੇ ਸਨ ਅਤੇ ਅੰਮ੍ਰਿਤ ਛਕਾਉਣ ਵਿੱਚ ਮਾਤਾ ਸਾਹਿਬ ਕੌਰ ਜੀ ਉਹਨਾਂ ਦਾ ਹੱਥ ਵਟਾਉਂਦੇ ਸਨ। ਜਦੋਂ ਅੰਮ੍ਰਿਤ ਛਕਾਉਂਦੇ ਸੀ ਤਾਂ ਮਾਤਾ ਜੀ ਨਾਲ ਸੇਵਾ ਕਰਦੇ, ਕਿਉਂਕਿ ਮੇਰੇ ਪੁੱਤਰ ਨੇ। ਹੁਣ ਵੀ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਆਮ ਨਹੀਂ ਪਤਾ ਕਿਸੇ ਨੂੰ, ਮਾਤਾ ਜੀ ਉੱਥੇ ਹਾਜ਼ਰ ਹੁੰਦੇ, ਕਿਉਂ ਗੁਰੂ ਗ੍ਰੰਥ ਸਾਹਿਬ ਦੇ ਕੋਲ 5 ਪਿਆਰੇ ਹਾਜ਼ਰ ਹੁੰਦੇ। ਅੰਮ੍ਰਿਤ ਛਕਾਉਣ ਵੇਲੇ ਕਲਗੀਧਰ ਮਹਾਰਾਜ 5 ਪਿਆਰਿਆਂ 'ਚ ਪ੍ਰਵੇਸ਼ ਕਰਕੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਆ।
ਤੇ ਮਾਤਾ ਸਾਹਿਬ ਕੌਰ ਜੀ ਉਦੋਂ ਕੋਲ ਹੀ ਹੁੰਦੇ ਨੇ। ਪਰ ਇਹ ਚੀਜ਼ਾਂ ਰੂਹਾਨੀਅਤ ਦੀਆਂ ਨੇ, ਆਮ ਬੰਦਿਆਂ ਦੀ ਸਮਝ ਤੋਂ ਪਰੇ ਨੇ। ਮੋਟੀ ਬੁੱਧੀ ਵਾਲੇ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ। ਗੁਰੂ ਸਾਹਿਬ ਕਦੇ ਕਦੇ ਰਣਜੀਤ ਨਗਾਰੇ ਤੇ ਚੋਟ ਲਗਾ ਕੇ ਸ਼ਿਕਾਰ ਖੇਡਣ ਦੇ ਬਹਾਨੇ ਸੈਰ ਚੜ੍ਹਦੇ ਤਾਂ 22 ਧਾਰ ਦੇ ਰਾਜੇ ਉਹਨਾਂ ਨੂੰ ਚੜ੍ਹਤਲ ਤੱਕ ਕੇ ਸੜਦੇ ਸੀ, ਕਿਉਂਕਿ ਖਾਲਸੇ ਦੀ ਦਿੱਖ ਬੜੀ ਸੋਹਣੀ ਸੀ, ਬਾਣੇ ਪਾਏ, ਸ਼ਸਤਰਧਾਰੀ ਖਾਲਸਾ। ਉਹ ਹਰ ਸਮੇਂ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਤੇ ਮਾਰ ਮਕਾਉਣ ਦੀਆਂ ਗੋਂਦਾਂ ਗਾਉਂਦੇ ਰਹਿੰਦੇ। ਉਹਨਾਂ ਨੂੰ ਗੁਰੂ ਜੀ ਦੇ ਜਾਤ ਪਾਤ ਤੇ ਵਹਿਮ ਪਖੰਡ ਖਤਮ ਕਰਨ ਦੇ ਉਦੇਸ਼ਾਂ ਤੋਂ ਬੜੀ ਚਿੜ ਸੀ। ਉਹ ਗੁਰੂ ਸਾਹਿਬ ਨਾਲ ਜੰਗ ਕਰਕੇ ਵੀ ਹਾਰ ਖਾ ਚੁੱਕੇ ਸਨ, ਇਸ ਲਈ ਉਸ ਸਮੇਂ ਦੀ ਮੁਗਲ ਸਰਕਾਰ ਦੀ ਮਦਦ ਪ੍ਰਾਪਤ ਕਰਨ ਦੇ ਯਤਨ ਵੀ ਕਰਨ ਲੱਗੇ। ਪਹਾੜੀ ਰਾਜਿਆਂ ਨੇ ਦਿੱਲੀ ਜਾ ਕੇ ਔਰੰਗਜ਼ੇਬ ਕੋਲ ਚੁਗਲੀਆਂ ਕਰਕੇ ਉਸ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ ਤੇ ਕਿਹਾ ਕਿ ਉਹ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ। ਉਹਨਾਂ ਨੇ ਕਿਹਾ, ਰਚਿਓ ਪੰਥ ਤਿਸਨੇ ਇੱਕ ਭਾਰਾ। ਇਹ ਪੰਥ ਪ੍ਰਕਾਸ਼ਕ੍ਰਿਤ ਗਿਆਨੀ ਗਿਆਨ ਸਿੰਘ ਨੇ ਲਿਖਿਆ 267 ਪੇਜ ਤੇ। ਰਚਿਓ ਪੰਥ ਤਿਸਨੇ ਇੱਕ ਭਾਰਾ, ਹਿੰਦੂ ਤੁਰਕ ਦੋਹਿਨ ਤੇ ਨਿਆਰਾ। ਨਾਮ ਖਾਲਸਾ ਤਿਸਕਾ ਧਰਿਓ, ਦੇਸ਼ ਪੰਜਾਬ ਬਹੁਤ ਬਿਸਤਰਿਓ। ਚੋਰ ਧਾੜਵੀ ਜਗ ਮਹਿ ਜੇਤੇ, ਧਨ ਧਨ ਵਾਰਤ ਤਿਸ ਪਰ ਤੇਤੇ। ਪੰਜਵੇਂ ਪਾਤਸ਼ਾਹ ਵੇਲੇ ਵੀ ਇੰਨੀਆਂ ਸ਼ਿਕਾਇਤਾਂ ਕੀਤੀਆਂ ਸੀ। ਹਮਰਾ ਦੇਸ਼ ਲੂਟ ਉਨ ਖਾਇਆ, ਕਈ ਬਾਰ ਹਮ ਜੰਗ ਮਚਾਇਆ। ਸਾਚੇ ਸ਼ਾਹ ਆਪ ਕਹਿਲਾਵੇਂ, ਵੀ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ। ਛੇਵੇਂ ਪਾਤਸ਼ਾਹ ਬਾਰੇ ਵੀ ਜਦੋਂ ਜਹਾਂਗੀਰ ਨੂੰ ਦੱਸਿਆ ਫਿਰ ਉਹ ਤਾਂ ਮੰਨ ਗਿਆ ਸੀ। ਇਹਨਾਂ ਨੂੰ ਕੀ ਪਤਾ ਸੱਚੇ ਪਾਤਸ਼ਾਹ ਕੀ ਹੁੰਦੇ ਨੇ। ਤੁਮ ਕੋ ਝੂਠੋ ਸ਼ਾਹੇ ਬਤਾਵਾ, ਕਹਿੰਦੇ ਉਹ ਤਾਂ ਝੂਠਾ ਬਾਦਸ਼ਾਹ ਹੈ। ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਹੂ ਹਰ ਸਮਾਨ ਨਹੀਂ ਰਾਜਾ। ਦੇਸ ਮਾਹੇ ਬੜ ਗਦਰ ਮਚਾਇਆ, ਅਬ ਚਾਹਤ ਦਿੱਲੀ ਪਰ ਆਇਆ। ਐਵੇਂ ਜਾ ਕੇ ਉੱਥੇ ਮੈਂ ਕਿਹਾ ਦਿੱਲੀ ਤੇ ਜੀ ਆਉਣਾ ਚਾਹੁੰਦੇ, ਐ ਕਰਨਾ ਚਾਹੁੰਦੇ ਕਰਕੇ ਭੜਕਾਉਣ ਲੱਗ ਪਏ। ਇਹ ਸੁਣ ਬਾਦਸ਼ਾਹ ਰੋਹ ਨਾਲ ਭਰ ਗਿਆ ਤੇ ਉਹਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਜਾ ਕੇ ਜੰਗ ਦੀ ਤਿਆਰੀ ਕਰੋ। ਮੁਗਲ ਫੌਜਾਂ ਪਹੁੰਚਣ ਤੇ ਆਨੰਦਪੁਰ ਨੂੰ ਤਹਿਸ ਨਹਿਸ ਕਰ ਦਿਓ। ਬਾਦਸ਼ਾਹ ਨੇ ਆਪਣੇ ਸੂਬੇਦਾਰਾਂ ਨੂੰ ਹੁਕਮ ਭੇਜੇ ਕਿ ਉਹ ਆਪਣੀਆਂ ਫੌਜਾਂ ਲੈ ਕੇ ਤੁਰੰਤ ਆਨੰਦਪੁਰ ਪਹੁੰਚਣ। 10,000 ਫੌਜ ਸਰਹੰਦ ਤੋਂ, 20,000 ਲਾਹੌਰ ਤੋਂ ਅਤੇ ਕੰਧਾਰ ਤੇ ਦਿੱਲੀ ਤੋਂ ਭਾਰੀ ਫੌਜ ਪਹੁੰਚਣ ਤੇ 22 ਧਾਰਾਂ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਸਣੇ 10 ਲੱਖ ਫੌਜ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਜਾ ਕੇ 4 ਦਿਸਨ ਤੇ ਆਏ ਕਰ ਘੇਰਿਓ ਪੁਰ ਆਨੰਦ, ਖਾਨ ਪਾਨ ਲੋ ਵਸਤ ਸਭ ਕਰੀ ਚੁਫੇਰਿਓ ਬੰਦ। ਪੰਥ ਪ੍ਰਕਾਸ਼ ਚ ਆਇਆ ਬਚਨ। ਗੁਰੂ ਸਾਹਿਬ ਕੋਲ ਉਸ ਵੇਲੇ 10,000 ਸਿੰਘ ਸਨ। ਅੰਨ ਪਾਣੀ ਦੀ ਤੰਗੀ ਕਰਕੇ ਉਹਨਾਂ ਵਿੱਚੋਂ ਕਈ ਹੌਸਲਾ ਵੀ ਛੱਡੀ ਬੈਠੇ ਸੀ ਅਤੇ ਗੁਰੂ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਸਨ ਕਿ ਉਹ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਜਾਣ, ਪਰ ਮਹਾਰਾਜ ਨੇ ਇਹ ਸੁਝਾਅ ਪ੍ਰਵਾਨ ਨਾ ਕੀਤਾ। ਜਦ 6 ਮਹੀਨੇ ਘੇਰਾ ਪਿਆ ਰਿਹਾ ਤਾਂ ਗੁਰਸਿੱਖਾਂ ਨੇ, ਸਿੰਘਾਂ ਨੇ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ ਅਤੇ ਮਾਤਾ ਸਾਹਿਬ ਕੌਰ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਗੁਰੂ ਮਹਾਰਾਜ ਨੂੰ ਆਨੰਦਪੁਰ ਸਾਹਿਬ ਛੱਡਣ ਲਈ ਪ੍ਰੇਰਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨਾ ਮੰਨੇ ਤਾਂ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦੇ ਇੱਕ ਜਥੇ ਨੇ ਸਤਿਗੁਰੂ ਮਹਾਰਾਜ ਨੂੰ ਸਪਸ਼ਟ ਕਿਹਾ ਉਹ ਹੋਰ ਭੁੱਖ ਨਹੀਂ ਜਰ ਸਕਦੇ ਤੇ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਨ। ਸਤਿਗੁਰੂ ਜੀ ਨੇ ਉਹਨਾਂ ਨੂੰ ਬੇਦਾਵਾ ਲਿਖ ਕੇ ਦੇਣ ਲਈ ਕਿਹਾ ਤਾਂ ਉਹਨਾਂ ਲਿਖ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ ਰਾਤ ਦੇ ਹਨੇਰੇ 'ਚ ਆਨੰਦਪੁਰ ਸਾਹਿਬ ਤੋਂ ਚਲੇ ਗਏ। ਬਾਅਦ ਵਿੱਚ ਉਹ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਮੁਗਲ ਫੌਜਾਂ ਟਾਕਰਾ ਕਰਦੇ ਸੰਮਤ 1762 ਸਨ 1705 ਈਸਵੀ 'ਚ ਖਿਦਰਾਣੇ ਦੀ ਢਾਬ ਤੇ ਸ਼ਹੀਦ ਹੋ ਗਏ। ਸਤਿਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ਤੇ ਬੇਦਾਵਾ ਪੱਤਰ ਪਾੜ ਕੇ ਸਿੰਘਾਂ ਨਾਲ ਟੁੱਟੀ ਗੰਢੀ ਅਤੇ ਖਿਦਰਾਣੇ ਦੇ ਤਲਾਅ ਨੇੜੇ ਆਪਣੇ ਹੱਥੀਂ 40 ਮੁਕਤਿਆਂ ਦਾ ਸੰਸਕਾਰ ਕਰਕੇ ਉਸ ਤਲਾਅ ਨੂੰ ਬਦਲ ਦਿੱਤਾ ਸਰੋਵਰ ਰੂਪ ਦੇ 'ਚ ਉਹਦਾ ਨਾਂ ਰੱਖਿਆ ਸ੍ਰੀ ਮੁਕਤਸਰ ਸਾਹਿਬ। ਮਾਘੀ ਵਾਲੇ ਦਿਨ ਉੱਥੇ ਮੇਲਾ ਲੱਗਦਾ। ਸਤਿਗੁਰੂ ਨੇ ਇਹ ਸੋਚ ਕੇ ਕਿ ਹੁਣ ਆਨੰਦਪੁਰ ਸਾਹਿਬ ਛੱਡਣਾ ਪਵੇਗਾ, ਸਿੰਘਾਂ ਨੂੰ ਹੁਕਮ ਦਿੱਤਾ ਕਿ ਖਜ਼ਾਨੇ ਵਿੱਚ ਜਮ੍ਹਾਂ ਪੂਜਾ ਦਾ ਧਨ ਨਦੀ ਵਿੱਚ ਸੁੱਟ ਦਿੱਤਾ ਜਾਵੇ। ਇਹ ਕਥਾ ਸਾਰੀ ਸੂਰਜ ਪ੍ਰਕਾਸ਼ ਅੱਛੀ ਤਰ੍ਹਾਂ ਆਉਂਦੀ ਹੈ। ਜਦੋਂ ਸਿੰਘ ਖਜ਼ਾਨਾ ਤੇ ਜ਼ਰੂਰੀ ਵਸਤਾਂ ਨਦੀ ਦੇ ਕਿਨਾਰੇ ਅਸਲ 'ਚ ਉੱਥੇ ਟੋਆ ਪੱਟਿਆ ਸੀ, 12 ਫੁੱਟ ਡੂੰਘਾ, 12 ਫੁੱਟ ਚੌੜਾ ਤੇ 12 ਫੁੱਟ ਹੀ ਲੰਬਾ ਸੀ। ਨਦੀ ਦੇ ਵਿੱਚ ਸੁੱਟਣ ਲੈ ਗਏ ਤਾਂ ਮਾਤਾ ਗੁਰਜੀਤ ਕੌਰ ਜੀ ਨਾਰਾਜ਼ ਹੋਏ। ਉਹਨਾਂ ਕਿਹਾ ਕਿ ਇਹ ਧਨ ਸਿੱਖਾਂ ਨੂੰ ਬਖਸ਼ ਦਿਓ ਜੋ ਤਨ ਮਨ ਧਨ ਗੁਰੂ ਘਰ ਤੋਂ ਵਾਰ ਰਹੇ ਨੇ, ਧਰਮ ਯੁੱਧ ਲਈ ਲੜ ਰਹੇ ਨੇ। ਸਤਿਗੁਰੂ ਮਹਾਰਾਜ ਨੇ ਵਿਚਾਰ ਸੁਣ ਕੇ ਮਹਾਰਾਜ ਨੇ ਮਾਤਾ ਜੀ ਦੇ ਬਚਨ ਕੀਤਾ। ਕਹਿੰਦੇ ਮਾਤਾ ਜੀ ਤੁਸੀਂ ਆਓ ਕਰੋ,
1 ਚਮਚਾ ਜ਼ਹਿਰ ਦਾ ਦੇ ਦਿਓ ਮੈਨੂੰ। ਮਾਤਾ ਜੀ ਕਹਿੰਦੇ ਮੈਂ ਜ਼ਹਿਰ ਕਿਵੇਂ ਦੇ ਦਾਂ ਆਪਣੇ ਪੁੱਤ ਨੂੰ? ਮਹਾਰਾਜ ਕਹਿੰਦੇ ਖਾਲਸਾ ਮੇਰਾ ਪੁੱਤ ਨਹੀਂ ਹੈ, ਮੈਂ ਆਪਣੇ ਪੁੱਤ ਨੂੰ ਕਿਵੇਂ ਜ਼ਹਿਰ ਦੇ ਦਿਆਂ ਇਹ ਪੂਜਾ ਦਾ ਧਨ? ਤਾਂ ਲਿਖਦੇ ਨੇ ਇਸ ਪ੍ਰਕਾਰ ਪੰਥ ਪ੍ਰਕਾਸ਼ 'ਚ, ਜੈਸੇ ਮੁਝ ਕੋ ਜ਼ਹਿਰ ਤੂੰ ਦੇ ਸਕੇ ਨਹਿ ਮਾਤ, ਤਿਉ ਮੇਰੇ ਸੁਤ ਸਿੱਖ ਇਹ ਪੂਜਾ ਜ਼ਹਿਰ ਬਖਿਆਤ। ਜਿਸ ਦਿਨ ਮੇਰੇ ਸਿੰਘ ਇਹੋ ਖਾਇ ਹੈ ਪੂਜਾ ਧਾਨ, ਤੇਜ ਪ੍ਰਤਾਪ ਨਾ ਰਹੇਗੋ ਇਨ ਮੈਂ ਤਬੇ ਮਹਾਨ। ਜਬ ਲੋ ਪੂਜਾ ਨਹਿ ਛਕੈ ਤਬ ਲੋ ਰਹਿ ਪ੍ਰਤਾਪ, ਸੋ ਬੈਰੀ ਕੋ 5 ਸਿੰਘ ਦੈ ਹੈ ਜੰਗ ਮੈਂ ਖਾਪ। ਕਹਿੰਦੇ ਮੇਰੇ ਤਾਂ 5 ਸਿੰਘ ਹੀ ਬੜੇ ਆ, ਪੂਜਾ ਦਾ ਧਾਨ ਜਦੋਂ ਖਾਣਗੇ ਉਦੋਂ ਪੱਠਾ ਬਹਿਣਾ। ਆ ਹੁਣ ਦੇਖ ਲਓ ਇਹੀ ਕੰਮ ਹੋ ਰਿਹਾ, ਪੂਜਾ ਦੇ ਧਾਨ ਨੂੰ ਭੱਜ ਭੱਜ ਕੇ ਪੈਂਦੇ ਸਾਰੇ ਜਾਣੇ, ਉਹ ਚੰਗੇ ਪਾਸੇ ਤਾਂ ਲਾਉਣਾ ਹੀ ਨਾ। 22 ਧਾਰ ਦੇ ਰਾਜਿਆਂ ਨੇ ਸਾਲਗ੍ਰਾਮ ਤੇ ਗੀਤਾ ਦੀ ਸੁਗੰਧ ਤੇ ਮੁਸਲਮਾਨ ਜਰਨੈਲਾਂ ਨੇ ਕੁਰਾਨ ਦੀ ਕਸਮ ਲਿਖ ਕੇ ਗੁਰੂ ਮਹਾਰਾਜ ਨੂੰ ਭੇਜੀ ਕਿ ਉਹ ਚੁੱਪਚਾਪ ਅਨੰਦਪੁਰ ਸਾਹਿਬ ਛੱਡ ਜਾਣ ਤਾਂ ਸਾਡੀ ਇੱਜ਼ਤ ਬਚੇਗੀ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਮਾਤਾਵਾਂ ਨੇ ਹੁਣ ਜ਼ੋਰ ਪਾਇਆ ਕਿ ਆਨੰਦਪੁਰੋਂ ਨਿਕਲ ਚੱਲੀਏ, ਦੁਸ਼ਮਣ ਕੋਈ ਨਹੀਂ ਕਹਿਣਗੇ। ਸਤਿਗੁਰੂ ਜੀ ਨੇ ਇੱਕ ਦਿਨ ਮਾਤਾ ਜੀ ਤੇ ਸਿੱਖਾਂ ਦੀ ਤਸੱਲੀ ਲਈ ਪੱਥਰ, ਕੱਚ ਦੇ ਟੁਕੜੇ, ਟੁੱਟੇ ਤੇ ਹੋਰ ਟੁੱਟ ਭੱਜ, ਹੱਡੀਆਂ, ਜੁੱਤੀਆਂ ਪੁਰਾਣੀਆਂ ਦਾ ਸਮਾਨ ਬੋਰੀਆਂ 'ਚ ਲਦਵਾ ਕੇ ਤੋਰਤਾ। ਉਹ ਉੱਤੇ ਲੱਦ ਕੇ ਗੱਡਿਆਂ ਤੇ ਉੱਤੇ ਲਿਸ਼ਕਣੇ ਜਿਹੇ ਕੱਪੜੇ ਪਾ ਕੇ ਮਸ਼ਾਲਾਂ ਬਾਲਤੀਆਂ, ਦੂਰੋਂ ਐ ਲੱਗੇ ਖਜ਼ਾਨਾ ਜਾ ਰਿਹਾ। ਦੋਸਤਾਂ ਨੇ ਸਮਝਿਆ ਗੁਰੂ ਦਾ ਖਜ਼ਾਨਾ ਨਿਕਲਿਆ, ਉਹਨਾਂ ਨੇ ਹੱਲਾ ਬੋਲ ਕੇ ਸਭ ਕੁਝ ਲੁੱਟ ਲਿਆ, ਪਰ ਗੰਦਮੰਦ ਦੇਖ ਕੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਿਆ। ਅਖੀਰ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ। ਇਸ ਲਈ ਉਹਨਾਂ ਨੇ 15 ਮੱਘਰ ਸੰਮਤ 1762 ਸਨ 1705 ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਰੋਪੜ ਵੱਲ ਚਾਲੇ ਪਾਤੇ। ਉਸ ਸਮੇਂ ਉਹਨਾਂ ਨੇ ਸਿੰਘਾਂ ਦੀਆਂ 2 ਟੋਲੀਆਂ ਬਣਾਈਆਂ। ਪਹਿਲੀ ਟੋਲੀ ਵਿੱਚ ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ, ਛੋਟੇ 2 ਸਾਹਿਬਜ਼ਾਦੇ ਅਤੇ ਹੋਰ ਬਿਰਧ ਬੱਚੇ ਤੇ ਇਸਤਰੀਆਂ। ਇਸ ਟੋਲੀ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਦੂਜੀ ਟੋਲੀ ਵਿੱਚ ਗੁਰੂ ਸਾਹਿਬ, 2 ਵੱਡੇ ਸਾਹਿਬਜ਼ਾਦੇ, 5 ਪਿਆਰੇ ਤੇ 500 ਸਿੱਖ ਸਨ। ਲਗਭਗ ਇਹ ਜਿਹੜਾ ਮਹਾਂਪੁਰਖਾਂ ਨੇ ਦੱਸਿਆ ਸੀ ਬਈ ਜਿਹੜਾ 700 ਦੇ ਕਰੀਬ ਕਹਿੰਦੇ ਉਦੋਂ ਸਿੰਘ ਸੀਗਾ ਅੰਦਰ, ਹੌਲੀ ਹੌਲੀ ਸ਼ਹੀਦ ਹੁੰਦੇ ਗਏ। 8 ਮਹੀਨਿਆਂ ਬਾਅਦ 660 ਕੁ ਜਾਣੇ ਦਾ ਦੱਸਿਆ ਸੀ, ਬਦਾਵਾ ਦੇ ਕੇ 40 ਕੁ ਜਾਣੇ ਚਮਕੌਰ ਦੀ ਗੜੀ ਤੱਕ ਨਾਲ ਗਏ ਸੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਈ ਸਿੱਖ ਹੋਰ ਵੀ ਰਲੇ, 500 ਸਿੱਖ ਹੋਏ। ਜਦੋਂ ਇਹ ਟੋਲੀਆਂ ਕੁਝ ਦੂਰ ਪਹੁੰਚੀਆਂ ਤਾਂ ਦੁਸ਼ਮਣ ਫੌਜਾਂ ਨੇ ਵਿਸ਼ਵਾਸਘਾਤ ਕਰਕੇ ਉਹਨਾਂ ਉੱਤੇ ਚਾਰੇ ਪਾਸਿਓਂ ਹਮਲਾ ਕਰਤਾ। ਇਸ ਹਮਲੇ ਕਾਰਨ ਸਤਿਗੁਰੂ ਜੀ ਦਾ ਪਰਿਵਾਰ ਤੇ ਸਿੱਖ ਖੇਰੂ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਮਾਤਾ ਸਾਹਿਬ ਕੌਰ ਜੀ ਗੰਗੂ ਦੀ ਪ੍ਰੇਰਣਾ ਤੇ ਉਸ ਨਾਲ ਉਸਦੇ ਪਿੰਡ ਖੇੜੀ ਚਲੇ ਗਏ। ਸੋ ਦੁਬਾਰਾ, ਕਿਉਂਕਿ ਮਾਤਾ ਸਾਹਿਬ ਕੌਰ ਗਲਤੀ ਨਾਲ ਨਿਕਲ ਗਿਆ। ਮਾਤਾ ਗੁਜਰ ਕੌਰ ਜੀ ਗੰਗੂ ਦੀ ਪ੍ਰੇਰਣਾ ਤੇ ਉਸ ਨਾਲ ਉਸਦੇ ਪਿੰਡ ਖੇੜੀ ਚਲੇ ਗਏ। ਉਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵੀ ਸਨ, ਜੋ ਬਾਅਦ ਵਿੱਚ ਫਤਿਹਗੜ੍ਹ ਸਾਹਿਬ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰੀ ਕਵੀ ਦੂਣਾ ਸਿੰਘ ਨੇ ਲਿਖਿਆ ਕਿ ਉਹ ਆਪ ਮਾਤਾ ਗੁਰਜੀਤ ਕੌਰ ਭਾਵ ਮਾਤਾ ਗੁਜਰ ਕੌਰ ਨਾਲ 2 ਛੋਟੇ ਸਾਹਿਬਜ਼ਾਦਿਆਂ ਤੇ ਇੱਕ ਦਾਸੀ ਸਣੇ ਪੰਜੇ ਚਮਕੌਰ ਪਹੁੰਚੇ ਤੇ ਕੀਮੇ ਮਾਸਕੀ ਦੇ ਘਰ ਠਹਿਰੇ, ਜਿੱਥੇ ਲక్ష్ਮੀ ਨਾਮਕ ਬ੍ਰਾਹਮਣੀ ਲੰਗਰ ਛਕਾਉਂਦੀ ਰਹੀ। ਉੱਥੋਂ 2 ਮਸੰਦਾਂ ਦਰਬਾਰੀ ਅਤੇ ਧੁੰਮਾ ਗੰਗੂ ਨਾਲ ਆਏ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪਿੰਡ ਸੇੜੀ ਲੈ ਗਏ। ਉੱਥੋਂ ਟੁਰਨ ਸਮੇਂ ਮਾਤਾ ਜੀ ਨੇ ਜੋ ਇਨਾਮ ਦਿੱਤੇ ਉਹਨਾਂ ਬਾਰੇ ਉਹ ਲਿਖਦਾ ਹੈ, 2 ਮੋਹਰ ਕੀ ਆਰਸੀ, 5 ਚੂੜੀਆਂ ਸਾਥ, ਤਿਸੀ ਬਾਹਮਣੀ ਕੋ ਦਈ, ਜੋ ਪ੍ਰਸਾਦ ਬਹੁ ਖਾਤ, ਜਿਹੜੀ ਉਹਨੇ ਸੇਵਾ ਕੀਤੀ। ਰੁਪਈਆ 500 ਤਿਸ ਦੀਆ ਕੀਮਾ ਨਾਮ ਸੁਆਹੇ, ਕੀਮਾ ਸੀ ਉਹਦਾ 500 ਰੁਪਈਆ ਉਹਨੂੰ ਦਿੱਤਾ। ਤਿੰਨੋਂ ਨੇ ਮਸਤਕ ਟੇਕ ਕੇ ਲੀਨਾ ਤਬੈ ਉਠਾਏ। ਬਾਅਦ ਮਸੰਦਾਂ ਨਾਲ ਮਿਲ ਕੇ ਗੰਗੂ ਨੇ ਮਾਤਾ ਜੀ ਦੀ ਜਿਹੜੀ ਖੁਰਜੀ ਸੀ ਪੈਸਿਆਂ ਵਾਲੀ ਮੋਹਰਾਂ ਵਾਲੀ ਉਹ ਚੁਰਾਈ ਤੇ ਮਰਿੰਡੇ ਥਾਣੇ ਵਿੱਚ ਪੁਲਿਸ ਨੂੰ ਇਤਲਾਹ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦੇ ਗ੍ਰਿਫਤਾਰ ਕਰਵਾਏ। ਕਵੀ ਦੂਨਾ ਸਿੰਘ ਨੇ ਇਹ ਹੀ ਲਿਖਿਆ ਕਿ 5 ਪਿਆਰੇ ਨੇ ਅੰਮ੍ਰਿਤ ਛਕਾ ਕੇ ਮਾਤਾ ਗੁਜਰੀ ਦਾ ਨਾਮ ਗੁਰਜੀਤ ਕੌਰ ਰੱਖਿਆ। ਇਹ ਕਵੀ ਦੂਨਾ ਸਿੰਘ ਦਾ ਲਿਖਿਆ ਹੋਇਆ ਤੇ ਸੰਗਤ ਨੇ ਜਕਾਰੇ ਲਗਾਏ। ਇਹ ਜੱਚਦਾ ਵੀ ਸਹੀ ਹੈ, ਗੁਜਰ ਕੌਰ ਠੀਕ ਨਹੀਂ ਲੱਗਦਾ। ਇਹ ਹੱਥ ਲਿਖਤ ਕਵੀ ਦੂਨਾ ਸਿੰਘ
ਐਦੀ ਜਿਹੜੀ ਹੱਥ ਲਿਖਤ ਪਈ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਨੰਬਰ 6045 ਉੱਥੇ ਜਿਹੜੀ ਚੀਜ਼ ਪਈ ਆ ਉੱਥੇ ਨੰਬਰ ਲਿਖਿਆ ਹੁੰਦਾ 6045। ਤੇ ਇਸ ਪ੍ਰਕਾਰ ਮਾਤਾ ਜੀ ਦਾ ਦਿੱਲੀ ਪਹੁੰਚਣਾ, ਲਾਡਾਂ ਤੇ ਸਦਰਾਂ ਨਾਲ ਪਲੇ ਤੇ ਸੁਖੀ ਜੀਵਨ ਗੁਜ਼ਾਰਨ ਵਾਲੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਲਈ ਪੋਹ ਦੀ ਕੜਾਕੇ ਭਰੀ ਠੰਡ, ਸਰਸਾ ਨਦੀ ਵਿੱਚ ਆਏ ਹੜ੍ਹ ਅਤੇ ਪਿੱਛਾ ਕਰਦੇ ਬੈਰੀਆਂ ਕਾਰਨ ਇੱਕ ਕਹਿਰ ਭਰਿਆ ਦਿਨ ਸੀ। ਸੋਚੋ, ਸਾਰੀ ਸੰਗਤ ਸੋਚੋ ਵੀ ਕਿੰਨਾ ਮੁਸ਼ਕਲ ਟਾਈਮ ਸੀ ਉਸ ਵਕਤ ਖਾਲਸੇ ਤੇ। ਇਸ ਭਿਆਨਕ ਵਾਤਾਵਰਣ ਵਿੱਚ ਉਹਨਾਂ ਨੇ ਸਿੱਖਾਂ ਦੀ ਮਦਦ ਨਾਲ ਨਦੀ ਪਾਰ ਕੀਤੀ ਤਾਂ ਉਹ ਅੱਗੋਂ ਕਿੱਧਰ ਜਾਣ ਬਾਰੇ ਸੋਚ ਰਹੇ ਸਨ ਕਿ ਇੱਕ ਧੰਨਾ ਸਿੰਘ ਨਾਂ ਦਾ ਸਿੱਖ ਉੱਥੇ ਆ ਗਿਆ। ਉਹ ਸੈਣ ਬਰਾਦਰੀ ਨਾਲ ਸੰਬੰਧ ਰੱਖਦਾ ਸੀ। ਉਸਨੇ ਗੁਰੂ ਜੀ ਤੋਂ ਸੇਵਾ ਦੀ ਮੰਗ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਦੋਹਾਂ ਮਹਿਲਾਂ ਨੂੰ ਆਪਣੇ ਨਾਲ ਰੋਪੜ ਨੂੰ ਲੈ ਜਾਓ ਅਤੇ ਠੀਕ ਸਮਾਂ ਦੇਖ ਕੇ ਇਹਨਾਂ ਨੂੰ ਦਿੱਲੀ ਪਹੁੰਚਾਉਣ ਦਾ ਪ੍ਰਬੰਧ ਕਰਨਾ। ਬਾਵਾ ਸਮੇਰ ਸਿੰਘ ਜੀ ਗੁਰਬਿਲਾਸ ਵਿੱਚ ਲਿਖਦੇ ਆ, ਰੋਪੜ ਨਿਕਟ ਘਨੌਲੀ ਆਏ, ਇੱਕ ਸਿੱਖ ਮਿਲਿਓ ਸੈਨ ਸੋ ਥਾਏ, ਕਹੋ ਕਰਾਂ ਕੁਝ ਕਾਜ ਮਹਾਨਾ, ਮੈਂ ਸਬਰ ਸੇਵਕ ਸੁਖ ਮਾਨਾ। ਮੈਂ ਆਪ ਦਾ ਸੇਵਕ ਹਾਂ ਜੀ। ਸਤਿਗੁਰ ਕਹੀ ਮਹਿਲ ਇਹ ਮੇਰੇ, ਸੇਵ ਨਿਸ਼ਾ ਰੋਪੜ ਕਹੋ ਨੇਰੇ, ਪੁਰ ਦਿੱਲੀ ਇਨਹਿ ਲਜਾਈ, ਸੇਵ ਹੈ ਸਫਲ ਇਨਹਿ ਨਿਭਾਹੀ। ਧੰਨਾ ਸਿੰਘ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਹੱਥ ਜੋੜ ਕੇ ਕਿਹਾ, ਮੈਂ ਸੇਵਤ ਦਿੱਲੀ ਕਹਿ ਜੈ ਹਉ, ਮਾਤਨ ਕੀ ਪੂਜਨ ਕੋ ਥੈ ਹਉ, ਦੋ ਡੋਰਨ ਕੇ ਸੰਗ ਗਇਓ, ਸੇਵਤ ਸੁਲਭ ਸੁਆਗਿਆ ਭਇਓ। ਸਤਿਗੁਰੂ ਦਾ ਹੁਕਮ ਸੁਣ ਕੇ ਸਿੱਖ ਨੇ ਕਿਹਾ ਕਿ ਮੇਰੇ ਕੁਝ ਸੰਬੰਧੀ ਰੋਪੜ ਵਿੱਚ ਰਹਿੰਦੇ ਨੇ, ਉਹਨਾਂ ਦੇ ਘਰ ਮਾਤਾ ਨੂੰ ਠਹਿਰਾਵਾਂਗਾ ਅਤੇ ਠੀਕ ਸਮੇਂ ਤੇ ਦਿੱਲੀ ਪਹੁੰਚਾ ਦਿਆਂਗਾ। ਸਿੱਖ ਬੋਲਿਓ ਕਰ ਬੰਦ ਮਮ ਸੰਬੰਧੀ ਬਸਹਿ ਘਰ, ਕਰਹੋ ਸਹਾਇ ਬਿਲੰਦ ਤਹਾਂ ਉਤਾਰੋ ਜਾਏ ਕਰ। ਧੰਨਾ ਸਿੰਘ ਦਿੱਲੀ ਦੇ ਭਾਈ ਜਵਾਹਰ ਸਿੰਘ ਤੇ ਹਕੈਤ ਸਿੰਘ ਦੀ ਸਹਾਇਤਾ ਨਾਲ ਦੋਹਾਂ ਮਾਤਾਵਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਉਹਨਾਂ ਦੀਆਂ ਦਾਸੀਆਂ ਭਾਗੋ ਤੇ ਬੀਬੋ, ਇਹ ਦੋ ਦਾਸੀਆਂ ਹੋਈਆਂ, ਦਾਸੀਆਂ ਭਾਗੋ ਤੇ ਬੀਬੋ ਸਣੇ ਰੋਪੜ ਲੈ ਗਿਆ। ਰਾਤ ਧੰਨਾ ਸਿੰਘ ਨੂੰ ਰਿਸ਼ਤੇਦਾਰਾਂ ਦੇ ਘਰ ਉਹਨਾਂ ਦੀ ਸੇਵਾ ਕੀਤੀ ਅਤੇ ਦੂਜੇ ਦਿਨ ਉਹ ਸਾਰੇ ਇੱਕ ਬੈਲ ਗੱਡੀ 'ਚ ਬੈਠ ਕੇ ਦਿੱਲੀ ਨੂੰ ਚੱਲ ਪਏ ਅਤੇ ਕਈ ਦਿਨਾਂ ਦਾ ਸਫ਼ਰ ਤੈਅ ਕਰਕੇ ਦਿੱਲੀ ਪਹੁੰਚ ਗਏ। ਇੱਕ ਹੀ ਰਾਤ ਬਸੇ ਪੁਰ ਰੋਪੜ, ਰਾਤ ਬਸੇ ਸਿਰਫ ਇੱਕ ਰੋਪੜ ਰਹੇ। ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ 6ਵੀਂ 'ਚ ਅੰਸੂ 33 'ਚ ਲਿਖਿਆ ਹੈ, ਭੋਰ ਮੇਂ गाड़ी लीन चढ़ाए, फिर गड्डी चढ़ा ले, दिल्ली के पंथ परे चल के, दिन केतन में तय पहुंचे आए, काहू ना भेद लखियो ना पिखियो रिप, ना किसी ने भेद जानिया रिप हुंदा दुश्मन ने भी नहीं जानिया, आखन मैं राज पुंज के पाए। जे मानो महाराज ने अखी घट्टा मुंह डिट्टा, बोल ना सके, बेट बेट तके हर गोबिंद दे धक्के मारे, श्री गुरु हरराय साहब जी दुश्मन दे सिर बट्टा करता। सो माता साहब कौर जो पति दे दर्शन करके अन्न पानी छकदे सी, उन्हां लई गुरु दा विछोड़ा सह सी, पर समय दा गेड़ अमिट है। उन्हां नूं अपने नालों वध फिक्र गुरु पति दा सी कि ओह किहड़े रंग विच होणगे ते जां फिर ओह माता गुजर कौर ते छोटे साहिबजादिਆਂ ਨੂੰ याद करके उन्हां दे सुख लई अरदासां करदे रहिंदे सी। दिल्ली दी संगत ने सलाह करके मातावां दा उतारा पंडित कूचा पिप्पल गली दे एक मकान विच कराया। बाਅਦ उथों बदल के ओह कूचा दिलवाली सिंह विच ते फिर कलालां दी हवेली विच अजमेरी गेट नेड़े ठहरे। उन्हां दी सेवा संभाल दा काम दिल्ली दी संगत ने शरधा नाल संभाल लिया। डॉक्टर तरलोचन सिंह ने अपनी पुस्तक दिल्ली दा इतिहास विच मुगल सरकार दे हवाले नाल लिखिया कि बहादुर शाह दे तखत ते बैठण बाद उसने सरकारी खजाने विचों मातावां दीयां रसदां ला दित्तियां सन। सरकारी कागजां विच आउण वालीआं रसदां ते होर सहायता विच माता साहब कौर नूं गुरु गोबिंद सिंह महाराज दा कुआरा डोला करके लिखिया। उत्थे भी डॉक्टर महेंद्र कौर गिल अपनी पुस्तक माता सुंदरी विच माता साहब कौर दे निवास स्थान संबंधी निजी खोज दे आधार ते लिखदे हन कि कूचा दिलवाली सिंह अजमेरी गेट दे अंदर हौज काजी दे लागे है। उत्थे एक शिवजी दा मंदिर ते एक धर्मशाला मौजूद है। दिल्ली गुरुद्वारियां दे आखिरी महंत गुरबचन सिंह अनुसार
ਜਿੱਥੇ ਅੱਜ ਕੱਲ੍ਹ ਸ਼ਿਵ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ, ਠੀਕ ਉਸੇ ਥਾਂ ਮਾਤਾ ਸਾਹਿਬਦੇਵ ਕੌਰ ਦੀ ਮੰਜੀ ਹੁੰਦੀ ਸੀ। ਇਹ ਪੁਰਾਣੀਆਂ ਚੀਜ਼ਾਂ ਲਿਖੀਆਂ ਕੱਢ ਕੇ ਇਹਨਾਂ ਨੇ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਲਿਖਦੇ ਨੇ ਕਿ ਮਾਤਾ ਸੁੰਦਰੀ ਜੀ ਮਾਤਾ ਸਾਹਿਬਦੇਵਾਂ ਤੇ ਭਾਈ ਮਨੀ ਸਿੰਘ ਇਸ ਥਾਂ ਕੁਝ ਅਰਸਾ ਰਹੇ ਨੇ। ਭਾਈ ਕਾਹਨ ਸਿੰਘ ਨੇ ਇਸ ਪ੍ਰਕਾਰ ਲਿਖਿਆ। ਇਤਿਹਾਸਕਾਰ ਨਕੌਰ ਅੱਖਰ ਘੱਟ ਹੀ ਲਾਉਂਦੇ ਨੇ। ਸਿੱਖਾਂ ਦੀ ਅਣਗਹਿਲੀ ਕਾਰਨ ਇਸ ਥਾਂ ਗੁਰਦੁਆਰਾ ਨਹੀਂ ਬਣਾਇਆ। ਅੱਜ ਕੱਲ੍ਹ ਇੱਥੇ ਹਿੰਦੂ ਅਰੋੜੇ ਵਸਦੇ ਨੇ। ਇਹ ਮਾਤਾ ਸੁੰਦਰੀ ਦੇ ਜੀਵਨ 'ਚ ਲਿਖਿਆ ਹੋਇਆ। ਇਸ ਤਰ੍ਹਾਂ ਦਿੱਲੀ ਠਹਿਰ ਕੇ ਮਾਤਾ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੱਸ ਮਾਤਾ ਗੁਜਰ ਕੌਰ ਸਣੇ ਦੋਹਾਂ ਸਾਹਿਬਜ਼ਾਦਿਆਂ ਦੀ ਫਿਕਰ ਕਰ ਰਹੇ ਸੀ, ਜਿਨ੍ਹਾਂ ਨਾਲ ਉਹ ਰੋਪੜ ਤੋਂ ਵਿਛੜ ਚੁੱਕੇ। ਉਹਨਾਂ ਦੇ ਕਈ ਵਾਰੀ ਕੁਝ ਸਿੱਖਾਂ ਨੂੰ ਪਤਾ ਲਾਉਣ ਲਈ ਪੰਜਾਬ ਭੇਜਿਆ, ਪਰ ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਉਹ ਅਸਫਲ ਵਾਪਸ ਪਰਤਦੇ ਰਹੇ। ਭਾਈ ਮਨੀ ਸਿੰਘ ਨੇ ਆਪਣੇ ਤੌਰ ਤੇ ਪਤਾ ਕਰਵਾ ਕੇ ਮਾਤਾਵਾਂ ਨੂੰ ਇਹ ਰਿਪੋਰਟ ਦਿੱਤੀ ਕਿ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿੱਚ ਵੈਰੀਆਂ ਨਾਲ ਜੂਝਦੇ ਸ਼ਹੀਦ ਹੋ ਗਏ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹੀਦੀਆਂ ਪਾ ਗਏ। ਮਾਤਾਵਾਂ ਪ੍ਰਭੂ ਦੇ ਭਾਣੇ ਵਿੱਚ ਲੀਨ ਹੋ ਗਈਆਂ। ਉਸ ਸਮੇਂ ਦੇ ਗੇੜ ਤੇ ਹੋਣੀ ਦੇ ਚੱਕਰ ਤੋਂ ਦਰਵਿਤ ਹੋ ਗਈਆਂ। ਮਾਤਾ ਸਾਹਿਬ ਕੌਰ ਜੀ ਨੇ ਭਾਈ ਜਵਾਹਰ ਸਿੰਘ ਨੂੰ ਕਹਿ ਕੇ ਮਾਤਾ ਗੁਰਜੀਤ ਕੌਰ ਜੀ ਤੇ ਸਾਹਿਬਜ਼ਾਦਿਆਂ ਨਿਮਿਤ ਪਾਠ ਦਾ ਭੋਗ ਵੀ ਪਵਾਇਆ। ਭਾਈ ਮਨੀ ਸਿੰਘ ਨੇ ਅੰਤਮ ਅਰਦਾਸ ਵੀ ਕੀਤੀ। ਇਹ ਗੱਲਾਂ ਆਮ ਨਹੀਂ ਕਿਸੇ ਨੂੰ ਪਤਾ ਵੀ ਕੀ ਹੋਇਆ ਉਦੋਂ। ਅਖੰਡ ਪਾਠ ਸਾਹਿਬ ਜਾਂ ਪਾਠ ਉੱਥੇ ਦਿੱਲੀ 'ਚ ਭੋਗ ਪਾਏ ਸਾਹਿਬਜ਼ਾਦਿਆਂ ਨਿਮਿਤ, ਮਾਤਾ ਜੀ ਦੇ ਨਿਮਿਤ ਭਾਈ ਮਨੀ ਸਿੰਘ ਨੇ ਦੇਖੋ ਅੰਤਮ ਅਰਦਾਸ ਕੀਤੀ ਹੈ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ। ਸ੍ਰੀ ਦਮਦਮਾ ਸਾਹਿਬ ਦੀ ਆਮਦ ਜਿਹੜੀ ਹੈ ਪਰਿਵਾਰ ਵਿਛੋੜੇ ਮਗਰੋਂ ਸਤਿਗੁਰੂ ਜੀ ਚਮਕੌਰ ਸਾਹਿਬ, ਝਾੜ ਸਾਹਿਬ, ਰੇਰੂ ਸਾਹਿਬ ਤੇ ਮਾਛੀਵਾੜੇ ਤੋਂ ਹੁੰਦੇ ਹੋਏ ਖਦਰਾਣੇ ਦੀ ਢਾਬ ਮੁਕਤਸਰ ਸਾਹਿਬ ਪਹੁੰਚੇ। ਇੱਥੇ ਉਹਨਾਂ ਦਾ ਸ਼ਾਹੀ ਫੌਜਾਂ ਨਾਲ ਆਖਰੀ ਜੰਗ ਹੋਇਆ। ਇੱਥੋਂ ਚੱਲ ਕੇ ਤਲਵੰਡੀ ਦੇ ਰਈਸ ਡੱਲਾ ਸਿੰਘ ਕੋਲ ਪਹੁੰਚ ਕੇ ਕਮਰ ਕਸਾ ਖੋਲ੍ਹਿਆ ਤੇ ਆਰਾਮ ਕੀਤਾ। ਇਹ ਸਥਾਨ ਦਮਦਮਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਮਾਲਵੇ ਦੀਆਂ ਸੰਗਤਾਂ ਆਉਣ ਲੱਗ ਪਈਆਂ। ਸਤਿਗੁਰੂ ਜੀ ਨੇ ਇੱਥੇ ਹੀ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੁਬਾਰਾ ਲਿਖਵਾਇਆ ਤੇ ਕਾਂਸ਼ੀ ਵਾਂਗ ਇੱਥੇ ਪੜ੍ਹਨ ਪੜ੍ਹਾਉਣ ਦਾ ਪ੍ਰਬੰਧ ਕੀਤਾ, ਜਿਸ ਕਰਕੇ ਇਹਨੂੰ ਗੁਰੂ ਕੀ ਕਾਸ਼ੀ ਵੀ ਕਹਿੰਦੇ ਨੇ। ਡੱਲਾ ਸਿੰਘ ਤਨ, ਮਨ ਤੇ ਧਨ ਨਾਲ ਸਤਿਗੁਰੂ ਦੀ ਸੇਵਾ, ਉਹਨਾਂ ਦੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਜੁਟਿਆ ਰਹਿੰਦਾ ਸੀ। ਭਾਈ ਡੱਲਾ ਸਿੰਘ ਦੇ ਪਰਿਵਾਰ ਵਿੱਚੋਂ ਇੱਕ ਬੀਬੀ ਕਪੂਰੋ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਨੇ ਇੱਕ ਊਠ ਸਵਾਰ ਭੇਜ ਕੇ ਆਪਣੇ ਮਹਿਲਾਂ ਨੂੰ ਦਿੱਲੀ ਤੋਂ ਦਮਦਮਾ ਸਾਹਿਬ ਮੰਗਵਾਉਣਾ ਸਵੀਕਾਰ ਕੀਤਾ। ਸੁਨੇਹਾ ਮਿਲਣ ਤੇ ਦੋਵੇਂ ਮਹਿਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਸਣੇ ਸਾਹਿਬ ਸਿੰਘ। ਇਹ ਸਾਹਿਬ ਸਿੰਘ ਕੌਣ ਹੈ? ਮਾਤਾ ਸਾਹਿਬ ਕੌਰ ਦੇ ਜਿਹੜੇ ਭਰਾਤਾ ਸਾਹਿਬ ਚੰਦ ਜੀ ਹੋਏ ਨੇ, ਤੇ ਨਾਲ ਭਾਈ ਜਵਾਹਰ ਸਿੰਘ ਤੇ ਦਿੱਲੀ ਦੀ ਹੋਰ ਸੰਗਤ ਨਾਲ ਦਮਦਮਾ ਸਾਹਿਬ ਪਹੁੰਚ ਗਏ। ਸੋ ਡਾਕਟਰ ਮਹਿੰਦਰ ਕੌਰ ਗਿੱਲ ਨੇ ਪੁਸਤਕ ਮਾਤਾ ਸੁੰਦਰੀ ਵਿੱਚ ਲਿਖਿਆ ਹੈ ਕਿ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਦਮਦਮੇ ਸਾਹਿਬ ਪੁੱਜੀਆਂ ਸੀ। ਹੋਰ ਇਤਿਹਾਸਕਾਰਾਂ ਨੇ ਲਿਖਿਆ ਕਿ ਭਾਈ ਮਨੀ ਸਿੰਘ ਉਸ ਸਮੇਂ ਦਿੱਲੀ ਨਹੀਂ ਸਨ, ਉਹ ਅੰਮ੍ਰਿਤਸਰ ਸਾਹਿਬ ਸਨ ਅਤੇ ਉੱਥੋਂ ਹੀ 21 ਮਾਘ 1762 ਮਾਨੋ ਕਿ 1705 ਈਸਵੀ ਨੂੰ ਗੁਰੂ ਚਰਨਾਂ ਵਿੱਚ ਦਮਦਮਾ ਸਾਹਿਬ ਪਹੁੰਚੇ ਭਾਈ ਮਨੀ ਸਿੰਘ। ਉਹਨਾਂ ਨੂੰ ਸਤਿਗੁਰੂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੌਂਪੀ ਹੋਈ ਸੀ। ਅੰਮ੍ਰਿਤਸਰ ਮੈਂ ਇਹੋ ਸੁਨ ਪਾਈ, ਛੋੜ ਆਨੰਦਪੁਰ ਗਏ ਗੁਸਾਈ। ਸਾਬੋ ਕੀ ਤਲਵੰਡੀ ਮਾਹੀ ਦੇਸ਼ ਮਾਲਵੇ ਪਹੁੰਚੇ ਜਾਈ, ਮਨੀ ਸਿੰਘ ਲੈ ਸੰਗਤ ਸਾਥ ਪਹੁੰਚੇ ਗੁਰ ਟਿਕ ਟੇਕਿਓ ਮਾਤ। ਸ਼ਹੀਦ ਬਿਲਾਸ ਭਾਈ ਮਨੀ ਸਿੰਘ ਕ੍ਰਿਤ ਜਿਹੜੀ ਸੇਵਾ ਸਿੰਘ ਨੇ ਲਿਖੀ ਉਹ 84 ਪੇਜ ਤੇ ਲਿਖਿਆ। ਮਨੀ ਸਿੰਘ ਸ੍ਰੀ ਅੰਮ੍ਰਿਤਸਰ ਤੋਂ ਸਭ ਸਮਾਨ ਲੈ ਆਏ, ਪਰੇ ਚਰਨ ਪਰ ਗੁਰੂ ਕੇ ਮਨ ਬਾਂਝ ਫਲ ਪਾਏ। ਪੋਥੀ ਗੁਰਬਿਲਾਸ ਪਾਤਸ਼ਾਹੀ 10ਵੀਂ ਸਾਖੀ 63ਵੀਂ ਵਿੱਚ 20 ਪੇਜ ਤੇ ਲਿਖਿਆ। ਭਾਈ ਮਨੀ ਸਿੰਘ ਜੀ ਦਮਦਮੇ ਸਾਹਿਬ ਗੁਰੂ ਜੀ ਕੋਲ 6 ਮਹੀਨੇ ਰਹੇ ਅਤੇ ਗੁਰੂ ਜੀ ਨੇ ਅਨੁਭਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਥੇ ਉਚਾਰ ਕੇ ਅੰਤਰਜਾਮਤਾ ਨਾਲ ਸਾਰੀ ਲਿਖਵਾਈ। ਉਹਦੇ ਲਿਖਣ ਦੀ ਸੇਵਾ ਉਹਨਾਂ ਨੇ ਕੀਤੀ, ਕਥਾ ਵੀ ਨਾਲ ਕੀਤੀ। ਆਨੰਦਪੁਰ ਦਾ ਆਨੰਦ ਰਾਜ ਭਾਗ ਪੂਜਿਆ ਮਾਤਾ ਜੀ, ਚਾਰੇ ਸਾਹਿਬਜ਼ਾਦੇ ਤੇ ਅਨੇਕਾਂ ਸਿੰਘ ਕੁਰਬਾਨ ਕਰਨ ਅਤੇ ਅਕਹਿ ਕਸ਼ਟ ਸਹਾਰਨ ਤਹਿਣ ਤੋਂ ਬਾਅਦ ਪਹਿਲੀ ਵਾਰ ਇੱਥੇ ਪਰਿਵਾਰ ਦਾ ਮਿਲਾਪ ਹੋਇਆ। ਦੋਹਾਂ ਮਾਤਾਵਾਂ ਨੇ ਗੁਰੂ ਪਤੀ ਦੇ ਚਰਨ ਪਰਸੇ ਅਤੇ ਹੰਝੂਆਂ ਨਾਲ ਉਹਨਾਂ ਦੇ ਚਰਨ ਧੋਤੇ। ਕਾਫੀ ਸਮਾਂ ਇਹ ਕਰੁਣਾਮਈ ਅਵਸਥਾ ਬਣੀ ਰਹੀ ਅਤੇ ਸਤਿਗੁਰੂ ਜੀ ਮਹਿਲਾਂ ਨੂੰ ਭਾਣੇ ਦਾ ਸਬਕ ਦ੍ਰਿੜਾਉਂਦੇ ਰਹੇ। ਮਾਤਾਵਾਂ ਜੀ ਨੇ ਗੁਰੂ ਜੀ ਦੀ ਆਪਣੀ ਸੁਖ ਸਾਂਦ ਤੇ ਵੈਰੀਆਂ ਦੇ ਟਾਕਰੇ ਸਮੇਂ ਦੇ ਵਿਖੜੇ ਹਾਲਾਤ ਦੀ ਜਾਣਕਾਰੀ ਲਈ ਇਹਨਾਂ ਨੇ ਮਾਤਾ ਗੁਰਜੀਤ ਕੌਰ ਜੀ ਅਤੇ ਚੌਹਾਂ ਸਾਹਿਬਜ਼ਾਦਿਆਂ ਸ਼ਹੀਦੀਆਂ ਤੇ ਉਹਨਾਂ ਦੇ ਅੰਤਮ ਸੰਸਕਾਰ ਸੰਬੰਧੀ ਵਾਰਤਾਵਾਂ ਪੁੱਛੀਆਂ।
ਸਤਿਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ ਵਿਖਾ ਕੇ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਬਿਰਤਾਂਤ ਸੁਣਾਇਆ। ਛੋਟੇ ਸਾਹਿਬਜ਼ਾਦਿਆਂ ਦੇ ਕੰਧਾਂ ਵਿੱਚ ਚਿਣੇ ਜਾਣ ਤੇ ਮਾਤਾ ਗੁਰਜੀਤ ਕੌਰ ਦੇ ਅਗਾਧ ਸਿਦਕ ਦਾ ਵਰਣਨ ਕਰ ਸੁਣ ਕੇ ਮਾਤਾਵਾਂ ਬਹੁਤ ਵਿਰਾਗ ਵਿੱਚ ਆ ਗਈਆਂ, ਪਰ ਗੁਰੂ ਜੀ ਨੇ ਉਹਨਾਂ ਨੂੰ ਖਾਲਸੇ ਸੰਗਤ ਦੇ ਅਲੌਕਾਰੀ ਦਰਸ਼ਨ ਵੱਲ ਇਸ਼ਾਰਾ ਕਰਕੇ ਪ੍ਰਭੂ ਸ਼ੁਕਰਾਨੇ ਦਾ ਸਬਕ ਪੜ੍ਹਾਇਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ, ਜੀਵਤ ਕਈ ਹਜ਼ਾਰ। ਗੁਰੂ ਗੋਬਿੰਦ ਸਿੰਘ ਕ੍ਰਿਤ ਪ੍ਰੋਫੈਸਰ ਹਰਬੰਸ ਸਿੰਘ ਦੀ ਪੁਸਤਕ 'ਚ ਲਿਖਿਆ 130 ਪੇਜ ਤੇ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਿਹਾ ਕਰਦੇ ਸੀ, ਚਾਰ ਮੂਏ ਤੋਂ ਕਿਆ ਪਿਆ, ਜੀਵਤ ਲੱਖ ਹਜ਼ਾਰ, ਕਈ ਲੱਖਾਂ ਹਜ਼ਾਰਾਂ ਸੰਗਤਾਂ। ਕਲਗੀਧਰ ਪਿਤਾ ਜੀ ਨੇ ਮਹਿਲਾਂ ਨੂੰ ਸ਼ਾਂਤ ਕਰਦੇ ਸਮਝਾ ਕੇ ਕਾਇਰਾਂ ਦੀ ਮੌਤ ਉੱਤੇ ਰੋਣਾ ਹੁੰਦਾ, ਕਿਉਂਕਿ ਉਹ ਹਾਟੋ ਹਾਟ ਵਿਕਾਏ ਦੀ ਅਵਸਥਾ ਵਿੱਚ ਹੁੰਦੇ ਨੇ। ਇਹ ਛੋਟੀਆਂ ਜਿੰਦਾਂ ਵੱਡੇ ਸਾਕੇ ਕਰਕੇ ਆਪਣੇ ਪੂਜੇ ਦਾਦਾ ਤੇ ਪਰਦਾਦਾ ਦੀ ਗੋਦ ਵਿੱਚ ਜਾ ਬਰਾਜੀਆਂ ਨੇ। ਇਸ ਤਰ੍ਹਾਂ ਮਾਤਾਵਾਂ ਨੂੰ ਸਹਾਰਾ ਮਿਲਿਆ ਤੇ ਉਹ ਪਤੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਲੱਗ ਪਈਆਂ। ਗੁਰੂ ਸਾਹਿਬ ਜੀ ਦੀ ਰਿਹਾਇਸ਼ ਲਿਖਣਸਰ ਸਥਾਨ ਨੇੜੇ ਸੀ। ਹੁਣ ਸੰਗਤਾਂ ਜਾ ਕੇ ਜਿੱਥੇ ਊੜਾੜਾ ਲਿਖਦੀਆਂ ਨੇ, ਮਾਤਾਵਾਂ ਦੀ ਰਿਹਾਇਸ਼ ਦਮਦਮੇ ਤੋਂ ਦੱਖਣ ਵੱਲ ਸੀ, ਜਿੱਥੇ ਦੋਹਾਂ ਮਾਤਾਵਾਂ ਦੇ ਨਾਂ ਤੇ ਪ੍ਰਸਿੱਧ ਗੁਰਦੁਆਰਾ ਮਹਿਲ ਸਾਹਿਬ ਸਥਿਤ ਹੈ। ਦਮਦਮਾ ਸਾਹਿਬ ਦਾ ਪਹਿਲਾ ਨਾਂ ਤਲਵੰਡੀ ਸਾਬੋ ਸੀ ਅਤੇ ਅੱਜ ਵੀ ਸਰਕਾਰੀ ਕਾਗਜ਼ਾਂ ਵਿੱਚ ਇਹੀ ਹੈ। ਸ਼ਰਧਾਲੂ ਡੱਲਾ ਸਿੰਘ ਮਾਤਾਵਾਂ ਨੂੰ ਕਿਲੇ ਵਿੱਚ ਆਪਣੇ ਮਹਿਲਾਂ 'ਚ ਲਿਜਾਣਾ ਚਾਹੁੰਦਾ ਸੀ। ਉਹਨੇ ਸਤਿਗੁਰੂ ਤੋਂ ਆਗਿਆ ਮੰਗੀ, ਪਰ ਗੁਰੂ ਸਾਹਿਬ ਨੇ ਕਿਹਾ ਅਸੀਂ ਉਹਨਾਂ ਦੀ ਮਰਜ਼ੀ ਤੇ ਛੱਡਦੇ ਹਾਂ, ਇਸ ਲਈ ਇਹ ਗੱਲ ਮਹਿਲਾਂ ਨਾਲ ਕਰਨੀ ਉਚਿਤ ਹੈ। ਜਦ ਉਸ ਨੇ ਮਾਤਾਵਾਂ ਨੂੰ ਮਹਿਲਾਂ ਵਿੱਚ ਜਾਣ ਲਈ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਅਸੀਂ ਬੜੇ ਚਿਰਾਂ ਪਿੱਛੋਂ ਗੁਰੂ ਦੇ ਦਰਸ਼ਨ ਕੀਤੇ, ਇਸ ਲਈ ਉਹਨਾਂ ਦੇ ਚਰਨਾਂ 'ਚ ਹੀ ਰਹਿਣਾ ਸੀ। ਤਾਂ ਦੋਨੋਂ ਸੁਨ ਭਾਖਿਓ ਇਹ ਬਲੋ, ਇਹ ਬਚਨ ਕੀਤਾ, ਪ੍ਰਭ ਕੇ ਪਗਨ ਵਿਖਿਆ ਹੀ ਭਲੋ, ਚਰਨ ਸਰੋਜ ਨਾ ਵਿਛਰਤ ਚਾਹਤ, ਬਹੁਤ ਦਿਨ में ते हम पियन उमाहत, कितक फर्क कर सिवर उतारा, तंबू तन भोकनाथ मुजारा, डल कर आहार बिद नाना, थाल पुचावत प्रीत महाना। ਗਿਆਨੀ ਗਿਆਨ ਸਿੰਘ ਨੇ ਗੁਰੂ ਖਾਲਸਾ ਤਵਾਰੀਖ ਵਿੱਚ ਲਿਖਿਆ ਕਿ ਮਾਤਾਵਾਂ ਦੀ ਰਿਹਾਇਸ਼ ਲਈ ਤੰਬੂ ਡੱਲੇ ਵੱਲੋਂ ਲਗਾਏ ਗਏ ਸਨ ਅਤੇ ਉਹ ਘਰੋਂ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆ ਕੇ ਸੇਵਾ ਕਰਦਾ ਹੁੰਦਾ ਮਾਤਾਵਾਂ ਦੀ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਅਸਹਿ ਵਿਛੋੜੇ ਬਾਅਦ ਹੁਣ ਫੇਰ ਗੁਰੂਪਤੀ ਦੇ ਦਰਸ਼ਨ ਕਰਕੇ ਅੰਨ ਪਾਣੀ ਖਾਣ ਲੱਗੇ ਅਤੇ ਉਹਨਾਂ ਨੇ 9 ਮਹੀਨੇ ਤੋਂ ਵੱਧ ਸਮਾਂ ਦਮਦਮਾ ਸਾਹਿਬ ਵਿੱਚ ਪਤੀ ਦਰਸ਼ਨਾਂ ਨਾਲ ਖੀਵੇ ਰਹਿ ਕੇ ਲੰਘਾਇਆ। ਇਸ ਤਰ੍ਹਾਂ ਗੁਰਾਂ ਦੀ ਕਿਰਪਾ ਹੋ ਰਹੀ ਹੈ। ਬਾਕੀ ਅੱਗੇ ਹੁਣ ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਜਿਸ ਪ੍ਰਕਾਰ ਕਿਰਪਾ ਕਰਨਗੇ ਆਪਣੇ ਤੇ। ਮਹਾਰਾਜ ਦੇ ਪਾਵਨ ਇਤਿਹਾਸ, ਮਾਤਾਵਾਂ ਦੇ ਇਤਿਹਾਸ ਸ਼ਰਵਣ ਕਰ ਰਹੇ ਹਾਂ। ਸੁਣਨ ਦੇ ਨਾਲ ਪਿਆਰ ਜਾਗਦਾ ਹੈ ਮਾਤਾਵਾਂ ਦੇ ਪ੍ਰਤੀ। ਉਸ ਸਮੇਂ ਦੇ ਹਾਲਾਤ ਪਤਾ ਲੱਗਦੇ ਨੇ, ਕਿਹੜੇ ਕਿਹੜੇ ਸੇਵਾਦਾਰ ਸੀ। ਕਈ ਵਾਰ ਹੁੰਦਾ ਨਾ ਕਿ ਅਖੰਡ ਪਾਠ ਸਾਹਿਬ ਕਰਵਾਇਆ ਕਿ ਨਹੀਂ ਕਰਾਇਆ। ਇਹ ਦਾਸ ਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ ਕਿ ਦਿੱਲੀ ਮਾਤਾ ਜੀ ਵੱਲੋਂ ਸਾਹਿਬਜ਼ਾਦਿਆਂ ਪ੍ਰਤੀ ਮਾਤਾ ਗੁਰਜੀਤ ਕੌਰ, ਮਾਤਾ ਗੁਜਰ ਕੌਰ ਜਿਨ੍ਹਾਂ ਨਾਮ ਵੀ ਹੈ, ਤੇ ਉਹਨਾਂ ਦੇ ਪ੍ਰਤੀ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਾਏ, ਅਰਦਾਸਾਂ ਹੋਈਆਂ। ਭਾਈ ਮਨੀ ਸਿੰਘ ਨੇ ਅਰਦਾਸ ਕੀਤੀ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਅੱਗੇ ਹੁਣ ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਮਿਹਰ ਕਰਨ। ਹਾਂ, ਆਪਣੇ ਆਪਣੇ ਸੁਝਾਅ ਦੇ ਸਕਦੇ ਹੋ ਤੇ ਨਾਲ ਨਾਲ ਕਿਤੇ ਕੋਈ ਗਲਤੀ ਵੀ ਹੋ ਜਾਂਦੀ ਹੈ ਮਾਫ ਕਰ ਦੇਣਾ, ਕਿਉਂ ਕਈ ਵਾਰ ਬੋਲਦੇ ਆ ਐਸਾ ਅੱਖਰ ਮੂੰਹ ਚੋਂ ਨਿਕਲ ਜਾਂਦਾ। ਪਰ ਜੇ ਔਗਣ ਛੱਡ ਦਿਓ, ਕੰਡਿਆਂ ਨੂੰ ਛੱਡ ਦਿਓ, ਫੁੱਲ ਦੀ ਖੁਸ਼ਬੂ ਗ੍ਰਹਿਣ ਕਰੋ। ਧੰਨ ਮਾਤਾ, ਸਾਰੀਆਂ ਮਾਤਾਵਾਂ ਹੀ ਧੰਨ ਨੇ। ਮੈਂ ਸਾਰਿਆਂ ਦਾ ਹੀ ਸਤਿਕਾਰ ਕਰਦਾ। ਮੈਂ ਸ਼ੁਰੂ ਕਰਦਾ ਮਾਤਾ ਤ੍ਰਿਪਤਾ ਜੀ ਤੋਂ। ਉਹ ਮਾਤਾ ਜੀ ਤੇ ਇਸੇ ਪ੍ਰਕਾਰ ਬੇਬੇ ਨਾਨਕੀ ਜੀ ਕਿੱਡੇ ਚੰਗੇ, ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਲ ਤੇ ਉਹਨਾਂ ਦੀਆਂ ਸਪੁੱਤਰੀਆਂ, ਸਾਰਿਆਂ ਨੂੰ ਯਾਦ ਕਰੋ। ਉਹਨਾਂ ਨੇ ਕਿੰਨੀਆਂ ਕੁਰਬਾਨੀਆਂ, ਕਿੰਨੀ ਬਾਣੀ ਪੜ੍ਹਨ ਵਾਲੇ, ਕਿੰਨੀ ਸੇਵਾ ਕਰਨ ਵਾਲੇ ਸਾਡੇ ਵੱਡੇ ਬਜ਼ੁਰਗ ਨੇ, ਵੱਡੇ ਨੇ। ਸਾਰਿਆਂ ਤੋਂ ਆਸ਼ੀਰਵਾਦ ਮੰਗੋ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ, ਮਾਤਾ ਜੀਤ ਕੌਰ, ਮਾਤਾ ਗੁਰਜੀਤ ਕੌਰ, ਸਾਰੇ ਸਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਨਾਮਦਾਨ ਬਖਸ਼ਣ, ਸਿੱਖੀ ਬਖਸ਼ਣ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪਿਆਰ ਨਾਲ ਸਿਮਰਨ ਕਰੀਏ ਉਹਨਾਂ ਦੀ ਯਾਦ ਵਿੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ